ਨਤੀਜੇ ਜਦੋਂ ਆਉਣਗੇ ਜੀ ਬੜੇ ਹੈਰਾਨੀਜਨਕ ਨਤੀਜੇ ਹੋਣਗੇ। ਠੀਕ ਹੈ, ਮੈਂ ਵੋਟਾਂ ਦੀ ਕਾਊਂਟਿੰਗ 'ਚ ਮੰਨ ਲਓ ਨਾ ਵੀ ਜਿੱਤ ਪਾਇਆ, ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਸੇ ਵਿਧਾਨ ਸਭਾ ਤੋਂ ਉਹ MLA ਬਣ ਕੇ ਆਉਂਦੇ, ਚੁਣ ਕੇ ਆਉਂਦੇ। ਜਿੰਨੀ ਆਪਣੀ ਹੈਸੀਅਤ ਸੀਗੀ ਉਸ ਤੋਂ 4 ਗੁਣਾ ਵੱਧ ਹਰ ਬੰਦੇ ਨਾਲ ਖੜਿਆ ਜਾ ਕੇ। ਇਹ ਸੋਚ ਨਹੀਂ ਸਕਦਾ ਸੀ ਵੀ ਚੰਡੀਗੜ੍ਹ ਆ ਕੇ ਇੰਨੇ ਮਹਿੰਗੇ ਸ਼ਹਿਰ 'ਚ ਪੜ੍ਹਾਈ ਕਰ ਲਵੇਗਾ। ਇੱਦਾਂ ਦੇ ਆਰਥਿਕ ਹਾਲਾਤ ਸੀਗੇ, ਮਜਬੂਰੀਆਂ ਸੀਗੀਆਂ ਘਰ ਦੀਆਂ। ਆਪਣੀ ਮਿਹਨਤ ਤੇ ਲਗਨ ਨੂੰ ਛੱਡਿਆ ਨਹੀਂ, ਇਮਾਨਦਾਰੀ ਨਾਲ ਕੰਮ ਕੀਤਾ, ਦੋਸਤਾਂ ਨਾਲ ਧੋਖਾ ਨਹੀਂ ਕੀਤਾ, ਕਿਸੇ ਦਾ ਦਿਲ ਨਹੀਂ ਦੁਖਾਇਆ। ਮੈਂ ਬਹੁਤ ਜਨੂੰਨ ਨਾਲ, ਸ਼ਿੱਦਤ ਨਾਲ ਮਿਹਨਤ ਕਰਦਾ ਸੀ। ਮੈਨੂੰ ਸਾਰੇ ਕਹਿੰਦੇ ਇਹ ਪਾਗਲ ਹੈ ਬੰਦਾ, ਇਹ ਗਰਾਊਂਡ 'ਚ ਮਰੇਗਾ। ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਪੰਜਾਬ ਵਿਧਾਨ ਸਭਾ ਚੋਣ 2022 ਜਿਸ ਦੇ ਚੱਲਦੇ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਉਹ ਪੂਰੇ ਤਰੀਕੇ ਨਾਲ ਭਖ ਚੁੱਕਿਆ। ਜਿੱਥੇ ਰਵਾਇਤੀ ਪਾਰਟੀਆਂ ਮੈਦਾਨ ਵਿੱਚ ਨੇ ਤਾਂ ਦੂਜੇ ਪਾਸੇ ਅਗਰ ਖਰੜ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਜਿਹਾ ਚਿਹਰਾ ਜਿਹੜਾ ਰਵਾਇਤੀ ਪਾਰਟੀਆਂ ਦੇ ਲਈ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ, ਉਹ ਨੇ ਆਜ਼ਾਦ ਉਮੀਦਵਾਰ ਜਸਵਿੰਦਰ ਜੱਸੀ ਜੀ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਨੇ। ਅਸੀਂ ਗੱਲਬਾਤ ਕਰਦੇ ਹੋਏ ਉਹਨਾਂ ਤੋਂ ਜਾਣਾਂਗੇ ਕਿ ਪੰਜਾਬ ਦੇ ਮੁੱਦਿਆਂ ਦੇ ਲਈ ਕਿਹੋ ਜਿਹਾ ਵਿਜ਼ਨ ਉਹਨਾਂ ਦੇ ਦਿਮਾਗ ਵਿੱਚ ਹੈਗਾ। ਜਸਵਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਗਗਨ ਜੀ, ਸਾਰੇ ਜਸਵਿੰਦਰ ਜੀ ਆਪਣੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਜਸਵਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਤੁਹਾਡੇ ਪਿਛੋਕੜ ਬਾਰੇ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਉਣਾ ਚਾਹਾਂਗੇ ਤੁਹਾਡੇ ਹਵਾਲੇ ਦੇ ਨਾਲ। ਮੈਂ ਬਿਲਕੁਲ ਸਧਾਰਨ ਬੈਕਗਰਾਊਂਡ ਤੋਂ ਹਾਂ। ਜਿੰਨੇ ਵੀ ਉਮੀਦਵਾਰ ਖਰੜ ਵਿਧਾਨ ਸਭਾ ਤੋਂ ਲੜ ਰਹੇ ਆ ਸਭ ਤੋਂ ਜ਼ਿਆਦਾ ਕੁਆਲੀਫਾਈਡ ਹੈ, ਸਭ ਤੋਂ ਜ਼ਿਆਦਾ ਪੋਲੀਟੀਕਲੀ ਤਜਰਬੇਕਾਰ ਹੈ। ਉਮਰ 'ਚ ਮੇਰੇ ਨਾਲੋਂ ਬਹੁਤ ਕੁਝ ਉਮੀਦਵਾਰ ਵੱਡੇ ਨੇ, ਪਰ ਸਿਆਸੀ ਤੌਰ 'ਤੇ ਮੇਰਾ ਸਫ਼ਰ ਲੰਬਾ ਹੈ ਅਤੇ ਸਭ ਤੋਂ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ। ਦੂਸਰੀ ਗੱਲ, ਮੈਂ ਸਕਾਲਰਸ਼ਿਪ 'ਤੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਨੈਸ਼ਨਲ ਲੈਵਲ ਬਾਕਸਿੰਗ ਦਾ ਪਲੇਅਰ ਸੀ, ਉਹਦੀ ਬਦੌਲਤ ਮੈਨੂੰ ਚੰਡੀਗੜ੍ਹ ਪੜ੍ਹਨ ਦਾ ਮੌਕਾ ਮਿਲਿਆ। ਮੇਰੇ ਪਰਿਵਾਰ 'ਚੋਂ ਕੋਈ ਇਹ ਸੋਚ ਨਹੀਂ ਸਕਦਾ ਸੀ ਵੀ ਚੰਡੀਗੜ੍ਹ ਆ ਕੇ ਇੰਨੇ ਮਹਿੰਗੇ ਸ਼ਹਿਰ 'ਚ ਪੜ੍ਹਾਈ ਕਰ ਲਵੇਗਾ। ਇੱਦਾਂ ਦੇ ਆਰਥਿਕ ਹਾਲਾਤ ਸੀਗੇ, ਮਜਬੂਰੀਆਂ ਸੀਗੀਆਂ ਘਰ ਦੀਆਂ, ਪਰ ਮਿਹਨਤ ਕਰਦਾ ਰਿਹਾ, ਸੰਘਰਸ਼ ਕੀਤਾ। 1 ਸਾਲ ਪਿੰਡ ਪੜ੍ਹਿਆ ਸਰਕਾਰੀ ਕਾਲਜ, ਦੂਸਰੇ ਸਾਲ ਲੁਧਿਆਣੇ ਗਵਰਨਮੈਂਟ ਕਾਲਜ ਪੜ੍ਹਿਆ। ਹੌਲੀ ਹੌਲੀ ਤਰੱਕੀ ਹੁੰਦੀ ਗਈ। ਤੀਸਰੇ ਸਾਲ ਚੰਡੀਗੜ੍ਹ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਪੜ੍ਹਨ ਦਾ ਮੌਕਾ ਮਿਲਿਆ। ਕਾਲਜ ਦੇ ਵਿੱਚ ਜਦੋਂ ਪੜ੍ਹਦਾ ਸੀ, ਪ੍ਰੈਕਟਿਸ ਟ੍ਰੇਨਿੰਗ ਕਰਨ ਜਾਂਦਾ ਸੀ। ਸਟੇਡੀਅਮ 42 ਸੈਕਟਰ ਜਿਹੜਾ ਸਾਡਾ ਬਾਕਸਿੰਗ ਦਾ ਇੰਟਰਨੈਸ਼ਨਲ ਸਟੇਡੀਅਮ ਹੈ, ਉਸ ਸਮੇਂ ਦੌਰਾਨ ਪਿਤਾ ਜੀ ਨੇ ਕਹਿ ਕੇ ਭੇਜਿਆ ਸੀ ਕਿ ਬੇਟਾ 1500 ਰੁਪਏ ਮਹੀਨੇ ਦੇ ਸਕਦਾ, ਇਸ ਤੋਂ ਵੱਧ ਨਹੀਂ ਦੇ ਸਕਦਾ, ਜੇ ਮੰਗੇਗਾ ਤਾਂ ਵਾਪਸ ਆ ਜੀ, ਇਸ ਤੋਂ ਵੱਧ ਮੇਰੀ ਹੈਸੀਅਤ ਨਹੀਂ ਹੈ। ਤੇਰੇ ਬਾਕੀ ਭੈਣ ਭਰਾ ਇੱਥੇ ਪੜ੍ਹੇ ਆ, ਜਿੰਨਾ ਕੁ ਮੈਂ ਪੜ੍ਹਾ ਸਕਦਾ ਤੈਨੂੰ ਪੜ੍ਹਾ ਸਕਿਆ। ਅਤੇ ਚਲੋ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਹਨਾਂ ਨੇ ਜਿੰਨੀ ਕਿ ਉਹਨਾਂ ਦੀ ਹੈਸੀਅਤ ਸੀਗੀ ਉਸ ਤੋਂ ਵੱਧ ਕੇ ਸਾਨੂੰ ਪਿਆਰ ਦਿੱਤਾ, ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ, ਪੜ੍ਹਾਇਆ ਲਿਖਾਇਆ। ਮੈਂ ਇੱਥੇ ਆਇਆ ਚੰਡੀਗੜ੍ਹ ਕਾਲਜ ਦੇ ਸਾਡੇ ਚੌਕੀਦਾਰ ਦਾ ਮੈਂ ਸਾਈਕਲ ਮੰਗ ਕੇ ਸਟੇਡੀਅਮ ਜਾਂਦਾ ਸੀ ਪ੍ਰੈਕਟਿਸ ਕਰਨ। ਬਾਕੀ ਟੀਮ ਤੋਂ ਇੱਕ ਟਾਈਮ ਵੱਖਰੀ ਪ੍ਰੈਕਟਿਸ ਕਰਦਾ ਸੀ। ਉਦੋਂ ਵੀ ਮੇਰੇ ਕਾਲਜ ਦੇ ਸਾਥੀ ਜਿਹੜੇ ਹੋਸਟਲ 'ਚ ਰਹਿੰਦੇ ਸੀ, ਬਾਕੀ ਸਪੋਰਟਸਮੈਨ, ਮੈਂ ਬਹੁਤ ਜਨੂੰਨ ਨਾਲ, ਸ਼ਿੱਦਤ ਨਾਲ ਮਿਹਨਤ ਕਰਦਾ ਸੀ। ਮੈਨੂੰ ਸਾਰੇ ਕਹਿੰਦੇ ਇਹ ਪਾਗਲ ਹੈ ਬੰਦਾ, ਇਹ ਗਰਾਊਂਡ 'ਚ ਮਰੇਗਾ, ਇਹ ਮੈਂਟਲੀ ਅਪਸੈਟ ਹੈ, ਇਸ ਤਰ੍ਹਾਂ ਦੇ ਸ਼ਬਦ ਮੇਰੇ ਲਈ ਯੂਜ਼ ਕਰਦੇ ਸੀਗੇ। ਇੰਨੀ ਜ਼ਿਆਦਾ ਮਿਹਨਤ ਕਰਦਾ ਸੀ ਅਤੇ ਹੌਲੀ ਸਬੱਬ ਬਣਿਆ। ਮੈਂ 2 ਵਾਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ 'ਚ ਪੰਜਾਬ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕੀਤੀ। ਫਿਰ ਉਸ ਤੋਂ ਬਾਅਦ ਇੰਡੀਆ ਪਾਕਿਸਤਾਨ ਗੇਮ ਜਿਹੜੀਆਂ ਲਾਹੌਰ ਹੋਣੀਆਂ ਸੀਗੀਆਂ ਉਹਦੇ ਵਿੱਚ ਕੈਂਪ ਦੇ ਵਿੱਚ ਰਿਹਾ। ਪੋਸਟਪੋਨ ਹੋਈਆਂ, ਗੇਮਾਂ ਨਹੀਂ ਹੋਈਆਂ। ਅਚਾਨਕ ਫਿਰ 2006-07 ਦੇ ਵਿੱਚ ਮੈਨੂੰ ਸਟੂਡੈਂਟ ਲੀਡਰ ਬਣਿਆ। ਕਦੇ ਸੋਚਿਆ ਨਹੀਂ ਸੀਗਾ। ਜਿਸ ਕਾਲਜ ਦੇ ਚੌਕੀਦਾਰ ਦਾ ਸਾਈਕਲ ਮੰਗ ਕੇ ਚਲਾਉਂਦਾ ਸੀ, ਉਸੇ ਕਾਲਜ ਦਾ ਪਰਮਾਤਮਾ ਤਾਜ ਬਖਸ਼ਣ ਕੇ ਜਿੱਥੇ 20-20 ਲੱਖ ਦੀਆਂ ਕਾਰਾਂ 'ਚ ਬੱਚੇ ਪੜ੍ਹਨ ਆਉਂਦੇ ਸੀਗੇ, ਉਸੇ ਕਾਲਜ ਦੀ ਪ੍ਰਤੀਨਿਧਤਾ ਕਰੂੰਗਾ ਵਿਦਿਆਰਥੀਆਂ ਦੀ। ਲੰਬਾ ਸਮਾਂ ਉੱਥੇ ਕੰਮ ਕੀਤਾ। ਮੇਰੇ ਤੋਂ ਪਹਿਲਾਂ ਵੀ ਵਿਲੱਖਣ ਜਿਹੜੀ ਗੱਲ ਹੈ, ਮੇਰੇ ਤੋਂ ਪਹਿਲਾਂ ਵੀ 14-15 ਸਾਲ ਸਟੂਡੈਂਟ ਕਾਊਂਸਲ ਦੇ ਪ੍ਰੈਜ਼ੀਡੈਂਟ ਬਣਦੇ ਰਹੇ ਔਰ ਮੇਰੇ ਤੋਂ ਬਾਅਦ ਵੀ ਬਣਦੇ ਆ। ਅੱਜ ਖਾਲਸਾ ਕਾਲਜ ਦਾ 200-250 ਬੰਦਿਆਂ ਦਾ ਸਟਾਫ ਹੈ, ਜਿਹੜੇ ਟੀਚਰ, ਕਲੈਰੀਕਲ ਸਟਾਫ ਹੈ, ਸਵੀਪਰ ਨੇ, ਗੇਟਕੀਪਰ ਨੇ। ਤੁਸੀਂ ਉੱਥੇ ਜਾਓਗੇ ਨਾ ਤਾਂ ਮੇਰੇ ਤੋਂ ਪਹਿਲਾਂ ਵਾਲੇ ਬਹੁਤੇ ਬੰਦਿਆਂ ਦਾ ਨਾਮ ਕਿਸੇ ਨੂੰ ਪਤਾ ਹੋਣਾ, ਜੋ ਮੇਰੇ ਤੋਂ ਬਾਅਦ ਚੁਣੇ ਗਏ 13-14 ਬੰਦੇ, 90% ਉਹਨਾਂ ਦਾ ਨਾਮ ਵੀ ਉਹਨਾਂ ਨੂੰ ਪਤਾ ਨਹੀਂ ਹੋਣਾ। ਮੈਂ ਮਿਹਨਤ ਕੀਤੀ, ਵੱਖਰਾ ਕੰਮ ਕੀਤਾ। ਅੱਜ ਮੇਰੇ ਬਾਰੇ ਕਿਸੇ ਵੀ ਉੱਥੇ ਸਾਡੇ ਸਤਿਕਾਰਯੋਗ ਟੀਚਰ ਸਾਹਿਬਾਨਾਂ ਨੂੰ ਪੁੱਛੋਗੇ, ਹੋਰ ਸਟਾਫ ਦੇ ਮੈਂਬਰਾਂ ਨੂੰ ਪੁੱਛੋਗੇ, ਹਰ ਬੰਦਾ ਤੁਹਾਨੂੰ ਇਹ ਕਹੂ ਸਾਡਾ ਬੱਚਾ, ਕੋਈ ਕਹੂ ਸਾਡਾ ਭਰਾ, ਕੋਈ ਸਾਡਾ ਦੋਸਤ ਹੈ। ਤਾਂ ਇਹ ਚੀਜ਼ ਮੈਂ ਉੱਥੇ ਕਮਾਈ, ਮਿਹਨਤ ਕੀਤੀ। ਉੱਥੋਂ ਯੂਨੀਵਰਸਿਟੀ ਦਾ ਲੀਡਰ ਬਣਿਆ। ਲੰਬਾ ਸਮਾਂ ਯੂਨੀਵਰਸਿਟੀ ਪੰਜਾਬ ਦੇ ਵਿੱਚ ਸਟੂਡੈਂਟਸ ਦੀ ਅਗਵਾਈ ਕੀਤੀ ਉੱਥੇ। ਫਿਰ 2010 ਦੇ ਵਿੱਚ ਪਹਿਲੀ ਵਾਰੀ ਮੈਂ ਸਟੂਡੈਂਟ, ਜਿਹੜੀ ਕਾਂਗਰਸ ਦਾ ਸਟੂਡੈਂਟ ਵਿੰਗ ਸੀਗਾ,
ਫਸਟ ਇਲੈਕਸ਼ਨ ਹੋਈ ਸੀ ਜੀ 22 ਡਿਸਟ੍ਰਿਕਟ ਦੇ ਵਿੱਚ ਸਾਰੇ ਕਾਲਜਸ ਜਾ ਕੇ ਪ੍ਰਚਾਰ ਕੀਤਾ, ਕੈਂਪੇਨ ਕੀਤਾ, ਲੋਕਾਂ ਨੂੰ ਜੋੜਿਆ। ਸਧਾਰਨ ਘਰ ਤੋਂ ਸੀਗਾ, ਕਾਰ ਵੀ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਬਟ ਸਟੂਡੈਂਟ ਲੀਡਰ ਬਣ ਚੁੱਕਿਆ ਸੀ ਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਕੋਈ ਨਾ ਕੋਈ ਸਾਥੀ ਸੀਗਾ। ਚੰਗੇ ਘਰਾਂ ਦੇ ਪਰਿਵਾਰਾਂ ਦੇ ਆਰਥਿਕ ਤੌਰ ਤੇ ਜਿਹੜੇ ਮਜ਼ਬੂਤ ਸੀਗੇ, ਉਹ ਲੋਕ, ਉਹਨਾਂ ਲੋਕਾਂ ਨਾਲ ਮੇਰੀ ਦੋਸਤੀ ਸੀਗੀ, ਨਿੱਘਾ ਪਿਆਰ ਸੀਗਾ। ਇੱਥੋਂ ਚਾਹੇ ਬੱਸ 'ਚ ਵੀ ਜਾਂਦਾ ਸੀ, ਚਾਹੇ ਕਿਰਾਏ ਦੀ ਟੈਕਸੀ ਤੇ ਜਾਂਦਾ ਸੀ, ਅੱਗਿਓਂ 10 ਗੱਡੀਆਂ ਨਾਲ ਘੁੰਮਣ ਵਾਸਤੇ ਖੜੀਆਂ ਰਹਿੰਦੀਆਂ ਸੀ। ਉਹਨਾਂ ਦੇ ਘਰਾਂ 'ਚ ਰੁਕਿਆ, ਉਹਨਾਂ ਦਾ ਪਿਆਰ ਦਿਲ ਜਿੱਤਿਆ, ਉਹਨਾਂ ਦਾ ਪਿਆਰ ਲਿਆ ਸਾਰੇ ਦੋਸਤਾਂ ਦਾ। ਉਹਨਾਂ ਨੇ ਮਦਦ ਕੀਤੀ, ਪੰਜਾਬ ਦੇ ਕੋਨੇ-ਕੋਨੇ 'ਚ ਆਪਣਾ ਨਾਮ ਬਣਾਇਆ। ਆਪਣੀ ਮਿਹਨਤ ਤੇ ਲਗਨ ਨੂੰ ਛੱਡਿਆ ਨਹੀਂ, ਇਮਾਨਦਾਰੀ ਨਾਲ ਕੰਮ ਕੀਤਾ, ਦੋਸਤਾਂ ਨਾਲ ਧੋਖਾ ਨਹੀਂ ਕੀਤਾ, ਕਿਸੇ ਦਾ ਦਿਲ ਨਹੀਂ ਦੁਖਾਇਆ। ਜਿੰਨੀ ਆਪਣੀ ਹੈਸੀਅਤ ਸੀਗੀ ਉਸ ਤੋਂ 4 ਗੁਣਾ ਵੱਧ ਹਰ ਬੰਦੇ ਨਾਲ ਖੜਿਆ ਜਾ ਕੇ। ਦੂਰ ਦਰਾੜ ਦੇ ਇਲਾਕਿਆਂ 'ਚ ਬੱਸਾਂ ਤੇ ਵੀ ਦੋਸਤਾਂ ਮਿੱਤਰਾਂ ਦੇ ਦੁੱਖ ਸੁੱਖ 'ਚ ਪਹੁੰਚਿਆ। ਹੌਲੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਬੜੀ ਵਾਰੀ ਹਿੰਮਤ ਟੁੱਟੀ, ਬੜੀ ਵਾਰੀ 15 ਸਾਲਾਂ 'ਚ ਬਿਲਕੁਲ ਜ਼ੀਰੋ ਹੋਇਆ। ਫਿਰ ਦੁਬਾਰਾ ਤੋਂ ਮਿਹਨਤ ਦਾ ਹੀ ਪੱਲਾ ਫੜਿਆ, ਸ਼ਾਰਟਕਟ ਰਸਤਾ ਕਦੇ ਨਹੀਂ ਲੱਭਿਆ। ਮੋਗੇ ਤੋਂ ਟਿਕਟ ਕੱਟੀ ਗਈ ਸੀਗੀ, ਪਿਛਲੀ ਵਾਰੀ ਤਿਆਰੀ ਕਰ ਰਿਹਾ ਸੀਗਾ, ਅਖੀਰਲੇ 2 ਕੈਂਡੀਡੇਟਾਂ ਸੀ, ਬਿਲਕੁਲ ਜ਼ਮੀਨ ਤੇ ਆ ਗਿਆ ਸੀ। ਆ ਕੇ ਗੈਸ ਸਿਲੰਡਰ 100 ਰੁਪਏ ਦੀ ਕਮਾਈ ਤੇ ਵੇਚੇ, ਕਿਸੇ ਦੋਸਤ ਨੇ ਮਦਦ ਕੀਤੀ। ਆਪ ਜਾਣਾ ਢੋਣਾ, ਮਿਹਨਤ ਕਰੀ ਗਿਆ। ਫਿਰ 5 ਸਾਲਾਂ 'ਚ ਅੱਜ ਦੁਬਾਰਾ ਕਰੋੜਾਂਪਤੀਆਂ ਬੰਦਿਆਂ ਨਾਲ ਟੱਕਰ ਲੈ ਰਿਹਾ। ਉਹੀ ਦੋਸਤ ਫਿਰ ਮਦਦ ਕਰ ਰਹੇ ਆ। ਉਸ ਤੋਂ ਬਾਅਦ ਲੰਬਾ ਸਮਾਂ 5 ਸਾਲ ਮੈਂ ਆਲ ਇੰਡੀਆ ਦਾ ਸਕੱਤਰ ਰਿਹਾ ਵਿਦਿਆਰਥੀਆਂ ਦਾ। ਪੂਰੇ ਦੇਸ਼ ਭਰ 'ਚ ਵਿਦਿਆਰਥੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਹਰ ਸੂਬੇ ਜਾ ਕੇ ਉੱਥੋਂ ਜਿੱਥੇ ਦੀ ਅਥਾਰਟੀ ਉਹਨਾਂ ਦਾ ਧੱਕਾ ਕਰਦੀਆਂ ਸੀ, ਉਹਦੇ ਖਿਲਾਫ ਆਵਾਜ਼ ਉਠਾਈ। ਫਿਰ ਮੈਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲੜੀ 2019 ਦੇ ਵਿੱਚ, ਜਿਸ ਦੇ ਵਿੱਚ 1 ਲੱਖ ਨੌਜਵਾਨਾਂ ਨੂੰ ਪੂਰੀ ਮਿਹਨਤ ਨਾਲ, ਵਜ਼ੀਫੇ 'ਤੇ ਪੜ੍ਹਨ ਵਾਲੇ ਬੰਦੇ ਲਈ 1 ਲੱਖ ਬੰਦਿਆਂ ਨੂੰ 117 ਵਿਧਾਨ ਸਭਾ 'ਚ ਸਿਰਫ 45 ਦਿਨ ਮਿਲਦੇ ਆ। ਅਤੇ ਜਿਸ ਦਿਨ ਮੈਂਬਰਸ਼ਿਪ ਸ਼ੁਰੂ ਹੋਈ ਸੀਗੀ 2000 ਰੁਪਈਏ ਨਾਲ ਕੰਮ ਸ਼ੁਰੂ ਕੀਤਾ ਸੀਗਾ। 1.25 ਕਰੋੜ ਰੁਪਈਆ 1 ਲੱਖ ਵੋਟਾਂ ਦਾ ਫੀਸ ਹੈ। ਸਾਰੇ ਦੋਸਤਾਂ ਨੂੰ ਮੋਟੀਵੇਟ ਕੀਤਾ। ਆਮ ਬੰਦੇ ਲਈ ਕਿੰਨਾ ਮੁਸ਼ਕਲ ਕੰਮ ਹੈ ਇਹ ਮੈਂ ਆਪਣੇ ਤੇ ਹੰਡਾਇਆ ਪਿੰਡੇ ਤੇ, ਇਸ ਕਰਕੇ ਮੈਂ ਸਮਝ ਸਕਦਾ। ਮੈਂ ਇਸ ਕਰਕੇ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ। 45 ਦਿਨਾਂ 'ਚ ਜਿਸ ਬੰਦੇ ਕੋਲੇ ਪੈਸੇ ਨਾ ਹੋਣ, ਆਰਥਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਹੋਵੇ, ਐਡੀ ਵੱਡੀ ਚੋਣ ਲੜਨੀ ਹੋਵੇ, ਪਹਿਲਾਂ ਤਾਂ ਆਪਣੇ ਆਪ ਨੂੰ ਇੰਨਾ ਹੌਸਲਾ ਦੇਣਾ, ਫਿਰ ਆਪਦੇ ਜੋ ਤੁਹਾਡੇ ਸਾਥੀ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹਦੇ ਕੋਲੇ ਆਰਥਿਕ ਤੌਰ ਤੇ ਕਿੰਨੇ ਕੁ ਸੰਸਾਧਨ ਹੈ, ਉਹਨਾਂ ਨੂੰ ਵੀ ਆਪਣਾ ਤੁਹਾਡੇ ਨਾਲ ਜੋੜੀ ਰੱਖਣਾ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਗਾ। ਪਰ ਮੈਂ ਉਹਦੇ 'ਚ ਵੀ ਕਾਮਯਾਬ ਹੋਇਆ। ਠੀਕ ਆ, ਮਿਹਨਤ ਕੀਤੀ, ਫੀਸ ਵੀ ਭਰੀ ਗਈ, ਦੋਸਤਾਂ ਮਿੱਤਰਾਂ ਨੇ ਮਦਦ ਕੀਤੀ। ਸਭ ਨੇ 1000 ਰੁਪਏ ਤੋਂ ਲੈ ਕੇ 10,000 20,000 ਜਿੰਨੀ ਕਿਸੇ ਦੀ ਆਰਥਿਕ ਹਾਲਤ ਸੀਗੀ ਉਹਦੇ ਅਕੋਰਡਿੰਗ ਉਹਨਾਂ ਨੇ ਮਦਦ ਕੀਤੀ। ਚੋਣਾਂ ਹੋਈਆਂ, ਵੋਟਾਂ ਪਈਆਂ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜ਼ਬਰਦਸਤੀ ਦੂਸਰੇ ਉਮੀਦਵਾਰ ਨੂੰ ਆਪਣਾ ਜੇਤੂ ਘੋਸ਼ਿਤ ਕਰ ਦਿੱਤਾ। ਵੋਟਾਂ ਪਈਆਂ, ਮਸ਼ੀਨਾਂ ਬੰਦ ਹੋਈਆਂ, ਕਾਊਂਟਿੰਗ ਨਹੀਂ ਹੋਈ। ਅੱਜ ਮੇਰੇ ਖਿਆਲ ਲਗਭਗ 2 ਸਾਲ ਦਾ ਪੂਰਾ ਸਮਾਂ ਹੋ ਗਿਆ, ਹਾਲੇ ਤੱਕ ਕਾਊਂਟਿੰਗ ਨਹੀਂ ਹੋਈ। ਮੈਂ ਲੰਬਾ ਸਮਾਂ ਪ੍ਰੋਟੈਸਟ ਕੀਤਾ ਦਿੱਲੀ ਜਾ ਕੇ। 30 ਦਿਨ ਪਾਰਟੀ ਦੇ ਦਫ਼ਤਰ ਸੰਘਰਸ਼ ਚੱਲਦਾ ਰਿਹਾ, ਦਿਨ ਰਾਤ ਧਰਨੇ 'ਤੇ ਹੀ ਬੈਠੇ ਰਹੇ। 13-14 ਦਿਨ ਉਹਦੇ 'ਚ ਕੋਈ ਇਨਸਾਫ ਨਹੀਂ ਮਿਲਿਆ। ਕਮੇਟੀ ਬਣਾ ਕੇ ਉਠਾਇਆ ਗਿਆ ਉੱਥੋਂ। ਫਿਰ ਵੀ ਪਾਰਟੀ ਦਾ ਕੰਮ ਲਗਾਤਾਰ ਜਾਰੀ ਰੱਖਿਆ, ਕਰਦੇ ਰਹੇ। ਇੱਥੇ ਆ ਕੇ ਫਿਰ ਮਨ ਬਣਾ ਚੁੱਕਿਆ ਸੀ ਮੈਂ 1 ਸਾਲ ਤੋਂ ਲਗਭਗ ਪਹਿਲਾਂ ਵੀ ਜਦ ਕੰਮ ਲੋਕਾਂ ਦੀਆਂ ਮੁਸ਼ਕਲਾਂ 'ਤੇ ਕਰਨਾ, ਦੇਸ਼ ਭਰ 'ਚ ਘੁੰਮ ਕੇ ਇੰਨੀ ਗੱਲ ਸਮਝ ਆ ਗਈ ਸੀ ਕਿ ਸਾਰੇ ਦੇਸ਼ ਨੂੰ ਨਹੀਂ ਬਦਲ ਸਕਦੇ। ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਅੰਦਰੂਨੀ ਢਾਂਚਾ ਬੁਰੀ ਤਰ੍ਹਾਂ ਹਿੱਲਿਆ ਹੋਇਆ, ਇੰਨੀ ਜ਼ਿਆਦਾ ਕਰਪਸ਼ਨ ਭਾਰੂ ਆ। ਜੋ ਪਾਰਟੀਆਂ ਦੀ ਵਿਚਾਰਧਾਰਾ ਹੈ, ਜੋ ਪਾਰਟੀਆਂ ਬਣਦੀਆਂ ਜਦੋਂ ਵਿਚਾਰਧਾਰਾ ਨੂੰ ਲੈ ਕੇ ਬਣਦੀਆਂ ਨੇ, ਉਸ ਤੋਂ ਟੋਟਲੀ ਉਲਟਾ ਕੰਮ ਕਰ ਰਹੀਆਂ ਨੇ। ਮਤਲਬ ਉਹਦਾ ਕਾਰਨ ਕਿ ਜੋ ਮੌਜੂਦਾ ਲੋਕ ਉਸ ਦੇ ਸਿਆਸਤ ਦੇ ਉੱਪਰ ਬੈਠੇ ਨੇ, ਪਾਰਟੀਆਂ ਦੇ ਉੱਪਰ, ਉਹਨਾਂ ਦੀ ਮਾਨਸਿਕਤਾ ਸਿਰਫ ਧਨ ਦੌਲਤ ਇਕੱਠਾ ਕਰਨਾ, ਪੈਸਾ ਇਕੱਠਾ ਕਰਨਾ। ਜੋ ਮਿਹਨਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਯੂਜ਼ ਕਰਨਾ। ਠੀਕ ਹੈ, ਅਤੇ ਇਸ ਚੀਜ਼ 'ਚੋਂ ਮੈਂ ਨਿਕਲਣਾ ਚਾਹੁੰਦਾ ਸੀ। ਪਹਿਲੇ 1 ਸਾਲ ਤੋਂ 10 ਮਹੀਨਿਆਂ ਤੋਂ ਮੈਂ ਇਸ ਇਲਾਕੇ 'ਚ ਤਿਆਰੀ ਸ਼ੁਰੂ ਕਰਤੀ ਸੀ। ਦੇਸ਼ ਭਰ 'ਚ ਘੁੰਮ ਕੇ ਮੈਂ ਇੰਨਾ ਸਿੱਖ ਲਿਆ ਸੀ ਕਿ ਇੱਕ ਇਲਾਕੇ ਨੂੰ ਬਦਲ ਸਕਦਾ ਆਪਣੀ ਕਾਬਲੀਅਤ ਨਾਲ। ਜੋ ਸਿੱਖਿਆ, ਜੋ ਨੌਲੇਜ ਪਾਇਆ ਦੇਸ਼ ਭਰ 'ਚ ਕੰਮ ਕਰਕੇ, ਕਾਂਗਰਸ ਪਾਰਟੀ 'ਚ ਰਹਿ ਕੇ ਬਹੁਤ ਕੁਝ ਚੀਜ਼ਾਂ ਸਿੱਖੀਆਂ। ਹਰ ਜਗ੍ਹਾ ਤੋਂ ਸਿੱਖਦਾ। ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੀ ਗੱਲਬਾਤ 'ਚੋਂ ਵੀ ਕੋਈ ਸਿੱਖਣ ਦੀ ਕੋਸ਼ਿਸ਼ ਕਰੂੰਗਾ। ਸਿੱਖਦੇ ਰਹਿਣਾ ਜ਼ਿੰਦਗੀ ਜ਼ਰੂਰੀ ਹੈ। ਇੱਥੇ ਆ ਕੇ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਆਪਣੇ ਛੋਟੇ ਭੈਣਾਂ ਭਰਾਵਾਂ ਨੂੰ ਇੱਕ ਚੰਗੀ ਐਜੂਕੇਸ਼ਨ ਦਾ ਸਟਰਕਚਰ ਖੜਾ ਕਰਕੇ ਦੇ ਸਕਾਂ। ਐਜੂਕੇਸ਼ਨ ਦਾ ਮਤਲਬ ਇਹ ਨਹੀਂ ਵੀ 10th ਕਰ ਲਈ, 12th ਕਰ ਲਈ, BA ਕਰ ਲਈ, MA ਕਰ ਲਈ, ਅਸੀਂ ਐਜੂਕੇਟ ਹੋ ਗਏ। ਐਜੂਕੇਸ਼ਨ ਦਾ ਮਤਲਬ ਇਸ ਤਰ੍ਹਾਂ ਦੀ ਐਜੂਕੇਸ਼ਨ, ਅੱਜ ਸਾਡੇ ਜਿਹੜੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਨੌਜਵਾਨ ਸਾਥੀ ਹੈ, ਉਹਨਾਂ 'ਚ ਆਤਮ ਵਿਸ਼ਵਾਸ ਦੀ ਕਮੀ ਹੈ। ਜਿਸ ਪੱਧਰ ਦੀ ਬਚਪਨ ਤੋਂ ਉਹਨਾਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ। ਮੈਨੂੰ ਖੁਦ ਵੀ ਮਹਿਸੂਸ ਹੁੰਦਾ, ਜਿਸ ਤਰ੍ਹਾਂ ਦੇ ਸਕੂਲਾਂ 'ਚ ਪੜ੍ਹੇ ਹਾਂ, ਜੇ ਸਾਨੂੰ
ਉਸ ਪੱਧਰ ਦੀ ਐਜੂਕੇਸ਼ਨ ਮਿਲਦੀ ਹੈ, ਇਸ ਤੋਂ ਵੀ ਅੱਗੇ ਵੱਧ ਕੇ ਕੰਮ ਕਰਦੀ। ਮੈਂ ਚਾਹੁੰਦਾ ਮੇਰੇ ਇਲਾਕੇ ਦੇ ਬੱਚੇ ਬਚਪਨ ਤੋਂ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਅਸੀਂ, ਉਹਨਾਂ ਦਾ ਇੰਟਰਸਟ ਕਿਹੜੀ ਚੀਜ਼ 'ਚ ਹੈ, ਸਪੋਰਟਸਮੈਨ ਬਣਨਾ ਚਾਹੁੰਦਾ, ਕਿਹੜੀ ਗੇਮ ਖੇਡਣਾ ਚਾਹੁੰਦਾ, ਪੜ੍ਹਨਾ ਚਾਹੁੰਦਾ, ਕਿਹੜਾ ਸਬਜੈਕਟ ਪੜ੍ਹਨਾ ਚਾਹੁੰਦਾ, ਕਿਸ 'ਚ ਜ਼ਿਆਦਾ ਇੰਟਰਸਟ ਹੈ। 12-15 ਸਾਲ ਇੱਕੋ ਮਾਰਗ 'ਤੇ ਉਹਨੂੰ ਉਸ ਟ੍ਰੇਨਿੰਗ ਦਿੱਤੀ ਜਾਵੇ। ਜਦੋਂ ਕੰਟੀਨਿਊ ਬੰਦਾ ਇੱਕੋ ਚੀਜ਼ ਕਰਦਾ ਰਹੂ, ਟ੍ਰੇਨਿੰਗ ਚੰਗੀ ਹੋਏਗੀ, ਕੋਚਿੰਗ ਚੰਗੀ ਹੋਏਗੀ, ਆਟੋਮੈਟਿਕ ਉਹ ਸਕਿਲਡ ਬਣੇਗਾ, ਠੀਕ ਹੈ, ਸੰਪੂਰਨ ਹੋ ਜਾਏਗਾ। ਫਿਰ ਜਿਹੜਾ ਬੰਦਾ ਸਕਿਲਡ ਹੈ ਉਹਨੂੰ ਰੋਜ਼ਗਾਰ ਦੀ ਕਮੀ ਨਹੀਂ ਰਹਿੰਦੀ। ਰੋਜ਼ਗਾਰ ਦੀ ਕਮੀ ਕਿੱਥੇ ਹੈ? ਜਦੋਂ ਅਸੀਂ ਸਕਿਲਡ ਨਹੀਂ ਹੈ, ਸਿਰਫ ਕਾਗਜ਼ੀ ਡਿਗਰੀਆਂ ਸਾਡੇ ਬੱਚਿਆਂ ਕੋਲ ਇਕੱਠੀਆਂ ਕੀਤੀਆਂ ਹੋਈਆਂ ਨੇ, ਫਿਰ ਉਹ ਸੜਕਾਂ 'ਤੇ ਧਰਨੇ ਲਾਉਂਦੇ ਨੇ ਸਰਕਾਰਾਂ ਦੇ ਖਿਲਾਫ। ਸਰਕਾਰਾਂ ਕੋਲੇ ਨੌਕਰੀ ਦੇਣ ਦਾ ਅਲਟਰਨੇਟਿਵ ਹੈ ਹੀ ਨਹੀਂ ਕੋਈ। ਕਾਰਨ ਕੀ ਹੈ? ਜੋ ਲੋਕ ਸਿਆਸਤ ਧੁਰਾ ਹੈ ਸਾਰੀ ਚੀਜ਼ ਦਾ, ਲੀਡਰ ਸਭ ਤੋਂ ਉੱਪਰ ਬੈਠੇ ਨੇ, ਉਹਨਾਂ ਨੂੰ ਉਹ ਪੂਰੀ ਗਵਰਨੈਂਸ ਨੂੰ ਚਲਾਉਂਦੇ ਨੇ, ਰੂਲ ਐਂਡ ਰੈਗੂਲੇਸ਼ਨ ਬਣਾਉਂਦੇ ਨੇ ਅਫੀਸ਼ੀਅਲਸ ਦੇ ਨਾਲ ਮਿਲ ਕੇ, ਹੈ ਨਾ, ਗਵਰਨਿੰਗ ਬੋਡੀ ਇਹ ਸਾਰਾ ਕੰਮ ਕਰਦੀ ਹੈ। ਲੀਡਰ ਅਸੀਂ ਇੰਨੇ ਸਮੇਂ ਤੋਂ ਪੈਸੇ ਵਾਲੇ ਬੰਦਿਆਂ ਨੂੰ ਚੁਣਿਆ, ਵਪਾਰੀ ਬੰਦਿਆਂ ਨੂੰ ਚੁਣਿਆ, ਅਮੀਰ ਬੰਦਿਆਂ ਨੂੰ ਚੁਣਿਆ, ਅਤੇ ਜ਼ਿਆਦਾਤਰ ਜਿਹੜੇ ਸਿਆਸਤਦਾਨ ਆ 90-95% ਸਿਰਫ ਆਪਣਾ ਘਰ ਭਰਨ 'ਤੇ ਹੀ ਉਹਨਾਂ ਦਾ ਪੂਰਾ ਫੋਕਸ ਲੱਗਿਆ ਰਹਿੰਦਾ। ਜਿੰਨਾ ਪੈਸਾ ਜੋ ਸਾਡੀ ਸਟੇਟ ਦੇ ਕਮਾਈ ਦੇ ਸਰੋਤ ਨੇ, ਹੈ ਨਾ, ਜਿੱਥੋਂ ਇਨਕਮ ਹੋਣੀ ਸਟੇਟ ਨੂੰ, ਉਹ ਪੈਸਾ ਗਵਰਨਮੈਂਟ ਦੇ ਖਜ਼ਾਨੇ 'ਚ ਜਾਣ ਦੀ ਬਜਾਏ 30% ਪੈਸਾ ਜਾ ਰਿਹਾ ਸਿਰਫ ਅੱਖਾਂ 'ਚ ਧੂਲ ਪਾਉਣ ਲਈ। 70% ਪੈਸਾ ਪਹਿਲਾਂ ਸਾਨੂੰ ਅੰਗਰੇਜ਼ ਲੁੱਟਦੇ ਸੀਗੇ, ਉਹ ਸਾਡੇ ਜਿਹੜੇ ਹਿਊਮਨ ਰਿਸੋਰਸਿਸ ਸੀਗੇ ਇੰਡੀਆ ਦੇ, ਉਹ ਉਹਨਾਂ ਨੂੰ ਯੂਟੀਲਾਈਜ਼ ਕਰਕੇ ਇੱਥੋਂ ਸਾਰਾ ਪੈਸਾ ਜਿਹੜਾ ਵਿਦੇਸ਼ਾਂ 'ਚ ਜਾ ਰਿਹਾ ਸੀ। ਫਰਕ ਸਿਰਫ ਇੰਨਾ ਪਿਆ, ਅੱਜ ਸਾਡੇ ਆਪਣੇ ਲੁੱਟ ਰਹੇ ਨੇ, ਅੱਜ ਵੀ ਪੈਸਾ ਵਿਦੇਸ਼ਾਂ 'ਚ ਜਾ ਰਿਹਾ, ਪੈਸਾ ਇੱਥੇ ਯੂਟੀਲਾਈਜ਼ ਨਹੀਂ ਹੋ ਰਿਹਾ, ਪੈਸਾ ਸਾਰਾ ਵਿਦੇਸ਼ਾਂ 'ਚ ਜਾ ਰਿਹਾ। ਸਾਰੇ ਵੱਡੇ ਅਧਿਕਾਰੀਆਂ ਦਾ ਪੈਸਾ ਇੱਥੋਂ ਟਰਾਂਸਫਰ ਹੋ ਰਿਹਾ, ਵੱਡੇ MLA ਮੰਤਰੀਆਂ ਦਾ ਪੈਸਾ ਟਰਾਂਸਫਰ ਹੋ ਰਿਹਾ। ਖਜ਼ਾਨੇ 'ਚ ਪੈਸਾ ਨਾ ਜਾਣ ਦੀ ਬਜਾਏ ਸਟੇਟ 'ਤੇ ਕਰਜ਼ਾ ਚੜ੍ਹ ਰਿਹਾ, ਪੈਸਾ ਨਾ ਜਾਣ ਦੀ ਬਜਾਏ ਨੌਕਰੀਆਂ ਨਹੀਂ ਮਿਲ ਰਹੀਆਂ, ਪੈਸਾ ਨਾ ਜਾਣ ਦੀ ਬਜਾਏ ਜਿਨ੍ਹਾਂ ਨੂੰ ਮਿਲੀਆਂ ਤਨਖਾਹ ਨਹੀਂ ਮਿਲ ਰਹੀ ਉਹਨਾਂ ਨੂੰ। ਸੋ ਇਹ ਸਾਰੀਆਂ ਚੀਜ਼ਾਂ ਦਾ ਬਦਲ ਇੱਕੋ ਹੀ ਹੈ, ਜਿੰਨੀ ਦੇਰ ਅਸੀਂ ਇਮਾਨਦਾਰ ਸਿਆਸਤਦਾਨਾਂ ਨੂੰ ਨਹੀਂ ਚੁਣਾਂਗੇ। ਸਾਡੇ ਲੋਕਾਂ ਦੀ ਮਾਨਸਿਕਤਾ ਸਿਆਸਤਦਾਨਾਂ ਨੇ ਇਸ ਤਰੀਕੇ ਦੀ ਬਣਾ ਦਿੱਤੀ ਹੈ, ਜਦ ਤੱਕ ਕੋਈ 20 ਕਾਰਾਂ ਦਾ ਕਾਫਲਾ ਲੈ ਕੇ ਨਹੀਂ ਨਾਲ ਚੱਲਦਾ, ਸਾਡੇ ਲੋਕਾਂ ਨੂੰ ਲੀਡਰ ਹੀ ਮੰਨਣੋਂ ਹਟ ਗਏ। ਇਹ ਲੋਕਾਂ ਦਾ ਕਸੂਰ ਨਹੀਂ, ਲੰਬੇ ਸਮੇਂ ਦਾ ਪ੍ਰੋਸੈਸ ਚੱਲਿਆ, ਮਾਨਸਿਕਤਾ ਇੱਦਾਂ ਦੀ ਪੈਦਾ ਕਰਤੀ। ਜੋ ਬੰਦਾ 5000 ਬੰਦਿਆਂ ਦਾ ਪ੍ਰੋਗਰਾਮ ਨਹੀਂ ਕਰ ਸਕਦਾ, ਉਹਨੂੰ ਅੱਜ ਦੀ ਕੋਈ ਪਾਰਟੀ ਲੀਡਰ ਹੀ ਨਹੀਂ ਮੰਨਦੀ। ਔਰ ਪਾਰਟੀਆਂ ਦੀ ਰੈਲੀਆਂ 'ਚ ਮੈਂ ਅੰਦਰੂਨੀ ਢਾਂਚੇ 'ਚ ਸਾਰੀਆਂ ਪਾਰਟੀਆਂ ਦੇ ਲੀਡਰਸ਼ਿਪ ਨੂੰ ਬਹੁਤ ਬਰੀਕੀ ਨਾਲ ਜਾਣਦਾ। ਪਾਰਟੀਆਂ ਦੀਆਂ ਰੈਲੀਆਂ ਕਿਸ ਤਰੀਕੇ ਹੁੰਦੀਆਂ, ਅਸਲ ਜਿਹੜੇ ਅਗਵਾਈ ਕਰਨ ਵਾਲੇ ਬੰਦੇ ਹੁੰਦੇ ਆ 700-800 ਹਜ਼ਾਰ ਬੰਦੇ ਹੁੰਦੇ ਆ, ਬਾਕੀ ਤਾਂ ਗਰੀਬੀ ਦਾ ਮਜਬੂਰੀ ਦਾ ਫਾਇਦਾ ਉਠਾ ਕੇ ਇੱਕੋ ਬੰਦਾ ਦਿਨ 'ਚ 4-4 ਪਾਰਟੀਆਂ ਦਾ ਝੰਡਾ ਲੈ ਕੇ, ਸਵੇਰੇ ਅਕਾਲੀ ਦਲ ਦਾ ਵੀ ਨਾਅਰਾ ਮਰਵਾ ਲਓ, ਚਾਹੇ ਕਾਂਗਰਸ ਦਾ ਮਰਾ ਲਓ 4 ਘੰਟਿਆਂ ਬਾਅਦ, BJP ਦਾ ਮਰਾ ਲਓ, ਆਮ ਆਦਮੀ ਪਾਰਟੀ ਦਾ ਮਰਾ ਲਓ, ਕਿਉਂਕਿ ਹਾਲਾਤ ਇੱਦਾਂ ਦੇ ਪੈਦਾ ਹੋਏ ਨੇ, ਉਹਨੇ ਆਪਣਾ ਪਰਿਵਾਰ ਪਾਲਣਾ, ਉਹ ਕਿਸੇ ਪਾਰਟੀ ਦਾ ਨਹੀਂ, ਕਿਸੇ ਦਾ ਨਹੀਂ, ਸਿਰਫ ਉਹਨੂੰ ਆਪਣੇ ਪਰਿਵਾਰ ਦੀ ਚਿੰਤਾ। ਸੋ ਇਸ ਤਰੀਕੇ ਦੇ ਹਾਲਾਤ ਰਾਜਨੀਤਿਕ ਢਾਂਚੇ ਨੇ ਪੈਦਾ ਕੀਤੇ, ਉਹਨੂੰ ਬਦਲਣਾ ਚਾਹੁੰਦਾ, ਇੱਕ ਮਾਡਲ ਦੇ ਰੂਪ ਵਿੱਚ ਇੱਥੇ ਕੰਮ ਕਰਨਾ ਚਾਹੁੰਦਾ। ਜਦੋਂ ਕਿਸੇ ਬੰਦੇ ਨੇ, ਦੁਨੀਆ ਦਾ ਦਸਤੂਰ ਹੈ, ਜਦੋਂ ਕੋਈ ਵੀ ਬੰਦਾ ਨਵਾਂ ਸਟੈਪ ਚੁੱਕਦਾ, ਨਵਾਂ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਬਹੁਤ ਆਲੋਚਨਾ ਸਹਿਣੀ ਪੈਂਦੀ ਸ਼ੁਰੂਆਤੀ ਜਿਹੜੇ ਪਹਿਲੇ 2 ਕਦਮ ਹੁੰਦੇ ਆ। ਜਦੋਂ ਥੋੜ੍ਹਾ ਜਿਹਾ ਤੁਸੀਂ ਹਲਕੀ ਜੀ ਤੁਹਾਨੂੰ ਆਸ ਦੀ ਕਿਰਨ ਦਿਖਦੀ ਹੈ, ਚੰਗਾ ਅੱਗੇ ਵੱਧਦੇ ਹੋ, ਤਾਂ ਉਹੀ ਦੁਨੀਆ ਦੇ ਲੋਕ ਫਿਰ ਤੁਹਾਨੂੰ ਤੁਹਾਡੇ ਨਾਲ ਹਾਂ ਸ਼ਾਹ ਮਿਲਾਉਂਦੇ ਆ। ਫਿਰ ਤੀਜਾ ਸਟੈਪ ਆਉਂਦਾ, ਤੀਜੇ ਸਟੈਪ 'ਤੇ ਦੁਨੀਆ ਆਪਣੇ ਬੱਚਿਆਂ ਨੂੰ ਐਗਜ਼ਾਮਪਲ ਦਿੰਦੀ ਉਸ ਬੰਦੇ ਦੀ। ਜਦੋਂ ਪਹਿਲੀ ਵਾਰੀ ਕਿਸੇ ਨੇ ਜੀ ਹਵਾਈ ਜਹਾਜ਼ ਬਣਾਇਆ ਦਾ ਸੁਪਨਾ ਲਿਆ ਹੋਣਾ, ਬਣਾਇਆ ਤਾਂ ਬਹੁਤ ਦੂਰ ਦੀ ਗੱਲ, ਸੁਪਨਾ ਲਿਆ ਹੋਣਾ, ਉਦੋਂ ਬੜੇ ਲੋਕਾਂ ਨੇ, ਉਹਦੇ ਪਰਿਵਾਰਕ ਮੈਂਬਰਾਂ ਨੇ, ਦੋਸਤਾਂ ਮਿੱਤਰਾਂ ਨੇ ਉਹਨੂੰ ਕਹਿਣਾ ਇਹ ਬੰਦਾ ਪਾਗਲ ਹੈ, ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਇਹ ਹਿੱਲ ਚੁੱਕਿਆ ਪੂਰੀ ਤਰ੍ਹਾਂ ਵੀ ਇਹ ਹਵਾ 'ਚ ਬੰਦੇ ਉਡਾਉਣ ਦੀ ਗੱਲ ਕਰ ਰਿਹਾ। ਕਿਸੇ ਸਮੇਂ ਤਾਂ ਸੁਪਨੇ ਵਾਲੀ ਗੱਲ ਸੀ ਵੀ 300 ਬੰਦਾ ਲੈ ਕੇ ਹਵਾਈ ਜਹਾਜ਼ 2000 ਕਿਲੋਮੀਟਰ 2 ਘੰਟੇ ਸਫ਼ਰ ਕਰ ਲਿਆ ਕਰੂ। ਕਿਸੇ ਸਮੇਂ ਇਹ ਵੀ ਸੁਪਨੇ ਵਾਲੀ ਗੱਲ ਸੀ ਵੀ 2-2000 ਕਿਲੋਮੀਟਰ ਦੂਰ ਬੈਠੇ ਬੰਦੇ ਬਿਨਾਂ ਵਾਇਰ ਤੋਂ ਟੈਲੀਫੋਨ 'ਤੇ ਗੱਲ ਕਰ ਸਕਦੇ ਆ, ਹੁਣ 10-10 ਬੰਦੇ ਕਾਨਫਰੰਸ 'ਚ ਗੱਲ ਕਰ ਸਕਦੇ ਆ। ਕਿਸੇ ਸਮੇਂ ਇਹ ਵੀ ਸੁਪਨੇ ਵਾਲੀ ਗੱਲ ਸੀ ਵੀ ਇੱਕੋ ਟੈਲੀਵਿਜ਼ਨ 'ਤੇ ਕਰੋੜਾਂ ਬੰਦੇ ਇੱਕੋ ਫੋਟੋ ਇੱਕੋ ਸਮੇਂ 'ਤੇ ਦੇਖ ਸਕਦੇ ਆ। ਉਹ ਬੰਦਿਆਂ ਨੇ ਇੱਕ ਰॉ ਸਟਰਕਚਰ ਤਿਆਰ ਕਰਕੇ ਦਿੱਤਾ, ਕੱਚਾ ਢਾਂਚਾ ਦੁਨੀਆ ਨੂੰ। ਮਿਹਨਤ ਕੀਤੀ, ਬੜੀ ਸਫਲ ਹੋ ਜਾਣੇ ਆ, ਕਿੰਤੂ ਪਰੰਤੂ ਸੁਣਿਆ ਹੋਣਾ ਆਲੋਚਨਾ ਸਹੀ, ਹੌਸਲਾ ਟੁੱਟਿਆ ਹੋਣਾ, ਹਿੰਮਤ ਟੁੱਟੀ ਹੋਣੀ ਆ, ਗਰੀਬੀ ਦੇਖੀ ਹੋਣੀ, ਤੰਗੀ ਦੇਖੀ ਹੋਣੀ ਆ, ਪਰ ਲੱਗੇ ਰਹੇ ਦੁਨੀਆ ਵਾਸਤੇ ਅੱਜ ਕਿੱਡੀ ਵੱਡੀ ਸੁਵਿਧਾ ਪੈਦਾ ਕਰਕੇ ਚਲੇ ਗਏ। ਅੱਜ 1 ਘੰਟੇ 'ਚ 1000 ਕਿਲੋਮੀਟਰ ਹਵਾਈ ਜਹਾਜ਼ ਉੱਡਦਾ, ਐਰੋਪਲੇਨ ਉੱਡਦਾ, ਮਿੰਟੋ ਮਿੰਟੀ ਅਸੀਂ ਸਫ਼ਰ ਤੈਅ ਕਰ ਲੈਂਦੇ ਹਾਂ। 1 ਸੈਕਿੰਡ 'ਚ ਬੈਠੇ ਅਸੀਂ 2000 ਕਿਲੋਮੀਟਰ ਗੱਲ ਕਰ ਲੈਂਦੇ ਹਾਂ। ਅੱਜ ਇੱਕ ਤੋਂ ਇੱਕ ਉਹਨਾਂ ਨੇ ਕੱਚਾ ਢਾਂਚਾ ਤਿਆਰ ਕੀਤਾ। ਅੱਜ ਇੱਕ ਤੋਂ ਇੱਕ ਕੰਪਨੀ ਬਿਹਤਰ ਹਵਾਈ ਜਹਾਜ਼ ਬਣਾ ਰਹੀ ਹੈ, ਇੱਕ ਤੋਂ ਇੱਕ ਬਿਹਤਰ ਟੈਲੀਫੋਨ ਆ ਰਹੇ ਨੇ ਮਾਰਕੀਟ 'ਚ, ਇੱਕ ਤੋਂ ਇੱਕ ਬਿਹਤਰ ਟੈਲੀਵਿਜ਼ਨ ਆ ਰਹੇ ਨੇ। ਕਾਰਨ ਜਿਨ੍ਹਾਂ ਨੇ ਪਹਿਲਾਂ ਸ਼ੁਰੂ 'ਚ ਮਿਹਨਤ ਕੀਤੀ, ਉਹਨਾਂ ਨੇ ਦੁਨੀਆ ਵਾਸਤੇ ਸੁਵਿਧਾ ਪੈਦਾ ਕਰਕੇ ਦਿੱਤੀ।
ਮੈਂ ਉਹੀ ਕੰਮ ਆਪਣੀ ਵਿਧਾਨ ਸਭਾ 'ਚ ਇੱਥੇ ਹਸਪੀਟਲ ਖੜਾ ਕਰਨਾ ਚਾਹੁੰਦਾ 200-250 ਕਰੋੜ ਰੁਪਏ ਦਾ, ਲੋਕਾਂ ਨੂੰ ਅਵੇਅਰ ਕਰਕੇ, ਸਮਾਜ ਸੇਵੀ ਜਿਹੜੇ ਲੋਕ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਲੈ ਕੇ, ਗਵਰਨਮੈਂਟ ਨੂੰ ਜਿੰਨਾ ਸਾਡੇ ਇਲਾਕੇ 'ਚੋਂ ਟੈਕਸ ਦੇ ਰੂਪ 'ਚ ਪੈਸਾ ਜਾਂਦਾ ਉਹਦਾ ਲੇਖਾ ਜੋਖਾ ਗਵਰਨਮੈਂਟ ਤੋਂ ਲੈ ਕੇ, ਇੱਥੇ ਸਾਡੇ ਇਲਾਕੇ ਦੇ ਬੱਚੇ ਉਹਦੇ ਅੰਦਰ ਕਾਲਜ ਖੁੱਲ੍ਹੇ, ਉੱਥੇ ਬੱਚੇ ਐਜੂਕੇਟ ਹੋਣ, ਡਾਕਟਰ ਬਣਨ, ਆਪਣਾ ਪਰਿਵਾਰ ਵੀ ਚਲਾਉਣ, ਸਮਾਜ ਦੀ ਵੀ ਸੇਵਾ ਕਰਨ। ਇਸ ਤਰੀਕੇ ਦਾ ਢਾਂਚਾ, ਹਵਾ ਅਤੇ ਪਾਣੀ ਨੂੰ ਕਿਸ ਤਰੀਕੇ ਬਚਾਉਣਾ ਆਉਣ ਵਾਲੇ ਸਮੇਂ 'ਚ ਸਭ ਤੋਂ ਗੰਭੀਰ ਚਿੰਤਾਜਨਕ ਜਿਹੜਾ ਮਸਲਾ ਹੈ, ਅੱਜ 1200 ਫੁੱਟ ਤੇ ਪਾਣੀ ਹੈ, ਸਾਡੇ ਦੇਖਦੇ 150 ਤੋਂ 1200 ਫੁੱਟ ਤੇ ਆ ਗਿਆ। ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ, ਅੱਜ ਅੱਧਾ ਪੰਜਾਬ ਸਾਡੇ ਨੌਜਵਾਨ ਮਜ਼ਦੂਰੀਆਂ ਦੇ ਮਾਰੇ, ਆਰਥਿਕ ਤੰਗੀਆਂ ਦੇ ਮਾਰੇ ਵੈਸੀ ਵਿਦੇਸ਼ਾਂ ਚਲੇ ਗਏ। ਜੇ ਧਰਤੀ ਤੇ ਪਾਣੀ ਰਿਹਾ, ਜੋ ਬੱਚੇ ਲੋਕ ਆ, ਸਾਨੂੰ ਵੀ ਧਰਤੀ ਛੱਡਣੀ ਪਊਗੀ। ਔਰ ਇਹ ਦੁਨੀਆ ਦਾ ਇਤਿਹਾਸ ਆ, ਜਿਹੜੀ ਕੌਮ ਨੇ ਆਪਣੀ ਧਰਤੀ ਛੱਡੀ, ਸ਼ਿਫਟ ਹੋਏ ਦੂਜੇ ਮੁਲਕਾਂ ਜਾ ਕੇ, ਕੋਈ ਪਤਾ ਨਹੀਂ ਕਿਹੜੇ ਮੁਲਕ 'ਚ ਕਦੋਂ ਵਿਦਰੋਹ ਖੜਾ ਹੋ ਜਾਣਾ ਵੀ ਬਾਹਰਲੇ ਲੋਕਾਂ ਨੂੰ ਬਾਹਰ ਕੱਢੋ। ਇਹ ਇਤਿਹਾਸ ਹੋਇਆ। ਔਰ ਜਿਨ੍ਹਾਂ ਕੋਲੇ ਆਪਣਾ ਘਰ ਨਹੀਂ, ਉਹਨਾਂ ਨੂੰ ਫਿਰ ਤਸ਼ੱਦਦ ਝੱਲਣਾ ਪੈਂਦਾ, ਜ਼ੁਲਮ ਝੱਲਣਾ ਪੈਂਦਾ। ਜਦੋਂ ਮੁਸ਼ਕਿਲ ਪੈਂਦੀ ਬੰਦਾ ਆਪਣੇ ਘਰ ਨੂੰ ਵਾਪਸ ਭੱਜਦਾ। ਘਰ ਸਾਡੇ ਕੋਲੇ ਹੋਣਾ ਨਹੀਂ, ਕਿਉਂਕਿ ਇੱਥੇ ਧਰਤੀ ਤੇ ਪਾਣੀ ਨਹੀਂ ਹੋਣਾ, ਰਹਿ ਕੇ ਵੀ ਕੀ ਕਰਾਂਗੇ ਆ ਕੇ ਇੱਥੇ। ਕੂੜਾ ਕਰਕਟ ਦੇ ਲੰਬੇ ਲੰਬੇ ਢੇਰ ਬਾਹਰ ਸ਼ਹਿਰਾਂ ਦੇ ਲੱਗ ਰਹੇ, ਬਿਮਾਰੀਆਂ ਦਾ ਕਾਰਨ ਬਣ ਰਹੇ ਆ। ਉਹਨੂੰ ਕਿਸ ਤਰੀਕੇ ਡਿਸਪੋਜ਼ ਆਫ ਕਰਨਾ, ਉਹਦਾ ਮਾਡਲ ਮੈਂ ਲੈ ਕੇ ਚੱਲ ਰਿਹਾ। ਇਹ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਕੂਲੀ ਸਿੱਖਿਆ ਨਾਲ ਜੁੜੀਆਂ ਹੋਈਆਂ ਨੇ। ਛੋਟੇ ਬੱਚਿਆਂ ਨੂੰ ਸਾਨੂੰ ਸਕੂਲ ਤੋਂ ਟ੍ਰੇਨਡ ਕਰਨਾ ਪੈਣਾ। ਸਾਡੀਆਂ ਆਦਤਾਂ ਨਹੀਂ ਬਦਲਣੀਆਂ, ਨਾ ਤੁਹਾਡੀ, ਨਾ ਮੇਰੀ, ਨਾ ਇਹਨਾਂ ਦੀ। ਢਲ ਚੁੱਕੀਆਂ ਸਾਡੇ ਅੰਦਰ ਇਹ ਆਦਤਾਂ, ਪਰ ਜ਼ੀਰੋ ਤੋਂ ਸਾਨੂੰ ਸਟਾਰਟ ਕਰਨਾ ਪੈਣਾ। 8 10 15 ਸਾਲ ਮਿਹਨਤ ਕਰਾਂਗੇ, ਇੱਕ ਮਾਡਲ ਸੈੱਟ ਕਰਕੇ ਦੇਵਾਂਗੇ ਲੋਕਾਂ ਨੂੰ, ਪੂਰੇ ਸੂਬੇ ਦੇ ਲੋਕਾਂ ਨੂੰ, ਤਾਂ ਕਿ ਉਹ ਇਹਦੀ ਸੁਵਿਧਾ ਆਪਣੇ ਆਪਣੇ ਲੋਕਾਂ ਨੂੰ ਦੇ ਸਕਣ। ਜਸਵਿੰਦਰ ਜੱਸੀ ਜੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿਚਾਰਾਂ ਤੋਂ ਇਹੀ ਝਲਕਦਾ ਕਿ ਉਹ ਪੰਜਾਬ ਦੇ ਲਈ ਇੱਕ ਵਿਜ਼ਨ ਰੱਖਦੇ ਹੋਏ, ਪੰਜਾਬ 'ਚ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਦੇ ਹੋਏ ਪੂਰੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣ ਦਾ ਸੁਪਨਾ ਦੇਖਦੇ ਨੇ। ਕਿਉਂਕਿ ਉਹਨਾਂ ਦੀ ਨਜ਼ਰਾਂ ਮੁਤਾਬਕ ਐਜੂਕੇਸ਼ਨ ਜਿਹੜੀ ਹੈ ਉਹ ਇੱਕ ਅਜਿਹੀ ਚੀਜ਼ ਹੈ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਹੈ, ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਉਹਨੂੰ ਜਿਹੜਾ ਹੈਗਾ ਉਹ ਤਰੱਕੀ ਦੀ ਰਾਹ 'ਤੇ ਲੈ ਕੇ ਜਾ ਸਕਦੀ ਹੈ। ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਵਿਚਾਰ ਵੀ ਰੱਖੇ, ਕਾਂਗਰਸ ਦੀ ਵਿਚਾਰਧਾਰਾ ਨਾਲ ਵੀ ਤੁਸੀਂ ਕਾਫੀ ਪ੍ਰਭਾਵਿਤ ਨਜ਼ਰ ਆਉਂਦੇ ਹੋ, ਲੇਕਿਨ ਕੀ ਕਾਂਗਰਸ ਦੀ ਨੀਤੀ ਅਤੇ ਜਿਹੜੀ ਨੀਅਤ ਸੀਗੀ ਉਹ ਜਸਵਿੰਦਰ ਜੱਸੀ ਦੇ ਅਸੂਲਾਂ ਤੇ ਜਾਂ ਜੋ ਉਹਨਾਂ ਨੇ ਡ੍ਰੀਮ ਵੇਖਿਆ ਸੀ ਉਹਦੇ ਤੇ ਭਾਰੀ ਪੈ ਗਈ? ਮੌਜੂਦਾ ਜਿਹੜੀ ਲੀਡਰਸ਼ਿਪ ਹੈ, ਮਤਲਬ ਉਹਨਾਂ ਦੀ ਟੋਟਲੀ ਮਾਨਸਿਕਤਾ ਇਹ ਹੈ। ਮੇਰੇ ਨਾਲ ਅਕਸਰ 2-4 ਵਾਰ ਚਰਚਾ ਹੋਈ। ਪਿਛਲੀ ਵਾਰੀ ਵੀ ਮੇਰੀ ਟਿਕਟ ਮੈਨੂੰ ਇਸੇ ਕਰਕੇ ਨਹੀਂ ਦਿੱਤੀ ਵੀ ਇਹ ਗਰੀਬ ਘਰ ਦਾ ਮੁੰਡਾ, ਇਹਦੇ ਕੋਲ ਪੈਸੇ ਨਹੀਂ ਚੋਣ ਲੜਨ ਵਾਸਤੇ। ਇਸ ਵਾਰੀ ਵੀ ਇਹੀ ਮਾਪਦੰਡ ਰੱਖਿਆ ਗਿਆ ਵੀ ਇਹ ਮਹਿੰਗੀ ਸੀਟ ਹੈ। ਸੀਟਾਂ ਵੀ ਮਤਲਬ ਮਹਿੰਗੀਆਂ ਸਸਤੀਆਂ ਦੇ ਹਿਸਾਬ ਨਾਲ ਦੇਖੀਆਂ ਜਾਂਦੀਆਂ। ਪਹਿਲਾਂ ਤਾਂ ਜਾਤ ਪਾਤ ਦੇ ਆਧਾਰ 'ਤੇ ਦੇਖੀਆਂ ਜਾਂਦੀਆਂ ਵੀ ਹਿੰਦੂ ਨੂੰ ਸੀਟ ਦੇਣੀ ਹੈ, ਮੁਸਲਮਾਨ ਨੂੰ ਦੇਣੀ ਹੈ, ਸਿੱਖ ਨੂੰ ਦੇਣੀ ਹੈ। ਪੰਜਾਬ ਜੋ ਸਭ ਤੋਂ ਵੱਧ ਸੈਕੂਲਰ ਸੂਬਾ ਦੇਸ਼ ਭਰ ਦੇ ਵਿੱਚ ਮਿਸਾਲ ਅਸੀਂ, ਮੈਨੂੰ ਤਾਂ ਅੱਜ ਤੱਕ ਮਹਿਸੂਸ ਨਹੀਂ ਹੋਇਆ ਮੈਂ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਕਿਹੜੇ ਜਾਤ ਨਾਲ। ਕਾਲਜ 'ਚ ਪੜ੍ਹਿਆ, ਯੂਨੀਵਰਸਿਟੀ 'ਚ ਪੜ੍ਹਿਆ, ਆਪਦੇ ਸਾਥੀਆਂ ਨੂੰ ਕਦੇ ਕਿਸੇ ਨੂੰ ਜਾਤ ਨਹੀਂ ਪੁੱਛੀ, ਕਦੇ ਉਹਨਾਂ ਨੂੰ ਜ਼ਮੀਨ ਜਾਇਦਾਦ ਨਹੀਂ ਪੁੱਛੀ। ਹਮੇਸ਼ਾ ਦਿਲ ਤੋਂ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ। ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ, ਹਾਲਾਂਕਿ ਦੇਖਿਆ ਜਾਵੇ ਬਹੁਤਾਤ ਤਾਂ ਪੰਜਾਬ ਦੇ ਬੱਚਿਆਂ ਦੀ ਹੈ, ਪਰ ਅਸੀਂ ਜਿੰਨੇ ਵੀ ਸਟੂਡੈਂਟ ਲੀਡਰ ਚੁਣੇ, ਕਦੇ ਹਰਿਆਣੇ ਦੇ ਬੱਚੇ ਨੂੰ ਮੌਕਾ ਮਿਲਣਾ, ਕਦੇ ਹਿਮਾਚਲ ਦੇ ਨੂੰ ਮਿਲਣਾ, ਕਦੇ ਜੰਮੂ ਕਸ਼ਮੀਰ ਦੇ ਬੰਦਿਆਂ ਨੂੰ ਵੀ ਸਟੂਡੈਂਟ ਲੀਡਰ ਬਣੇ ਉੱਥੇ, ਠੀਕ ਹੈ ਨਾ। ਸੋ ਸਾਡੀ ਸਟੇਟ ਦੇ ਵਿੱਚ ਐਗਜ਼ਾਮਪਲ ਦੇ ਤੌਰ 'ਤੇ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਥਾਪਨਾ ਹੋਈ। ਅਨੰਦਪੁਰ ਸਾਹਿਬ ਦੀ ਸੀਟ ਤੋਂ ਮਨੀਸ਼ ਤਿਵਾੜੀ ਸਾਹਿਬ ਸੰਸਦ ਬਣੇ। ਉਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਜਦੋਂ ਚੀਫ ਮਿਨਿਸਟਰ ਦਾ ਰੌਲਾ ਚੱਲ ਰਿਹਾ ਸੀ ਹਿੰਦੂ ਸਿੱਖ ਦੇ ਮਸਲੇ 'ਚ। ਮੈਂ ਨੀਚੇ ਰੀਟਵੀਟ ਕੀਤਾ ਉਹਨਾਂ ਨੂੰ ਵੀ ਸਰ ਤੁਸੀਂ ਭੁੱਲ ਗਏ ਹੋ ਇਹ ਸੈਕੂਲਰ ਸਟੇਟ ਹੈ, ਔਰ ਉਸੇ ਸਟੇਟ 'ਚ ਤੁਸੀਂ ਐਗਜ਼ਾਮਪਲ ਹੋ ਜਿੱਥੋਂ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ। ਫਿਰ ਉਸ ਤੋਂ ਬਾਅਦ ਰਾਣਾ KP ਸਾਹਿਬ ਸਾਡੇ ਸਪੀਕਰ ਸਾਹਿਬ ਨੇ ਬਿਲਕੁਲ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਸੇ ਵਿਧਾਨ ਸਭਾ ਤੋਂ ਉਹ MLA ਬਣ ਕੇ ਆਉਂਦੇ, ਚੁਣ ਕੇ ਆਉਂਦੇ। ਸੋ ਇੱਥੇ ਜਾਤ ਪਾਤ ਧਰਮ ਦਾ ਤਾਂ ਬੋਲਬਾਲਾ ਹੈ ਹੀ ਨਹੀਂਗਾ। ਮਤਲਬ ਬਹੁਤ ਅਲੱਗ ਕਿਸਮ ਦੇ ਮਾਪਦੰਡ ਪਾਰਟੀਆਂ ਦੇਖਦੀਆਂ ਨੇ। ਇਹਨਾਂ ਚੀਜ਼ਾਂ 'ਚੋਂ ਆਪਣੇ ਆਪ ਨੂੰ ਬਾਹਰ ਕੱਢਿਆ, ਸੰਘਰਸ਼ ਕਰਾਂਗਾ। ਬੜੇ ਲੋਕਾਂ ਨੇ ਦੁਨੀਆ 'ਤੇ ਕੀਤਾ। ਹੋ ਸਕਦਾ ਸ਼ਾਇਦ ਮੈਨੂੰ ਇਸ ਤਰੀਕੇ ਨਾਲ ਮੈਂ ਲੰਬਾ ਸਮਾਂ ਉਹਨਾਂ 'ਚ ਹੀ ਅਟਕਿਆ ਰਹਿੰਦਾ। ਬਿਲਕੁਲ, ਜੇ ਮੈਂ ਨਾ ਫੈਸਲਾ ਲੈਂਦਾ ਜਾਂ ਮੈਨੂੰ ਨਾ ਸ਼ੀਸ਼ਾ ਦਿਖਾਉਂਦੇ ਵੀ ਅਸੀਂ ਕੀ ਸੋਚਦੇ ਹਾਂ ਤੁਹਾਡੇ ਪ੍ਰਤੀ, ਉਹ ਸਾਨੂੰ ਬਤੌਰ ਲੀਡਰ ਦੇਖਦੇ ਹੀ ਨਹੀਂ। ਆਪਣੇ ਆਪ ਨੂੰ ਸਾਬਿਤ ਕੀਤਾ। ਹਰ ਰੋਜ਼ 800 900 1000 ਬੰਦਿਆਂ ਨੂੰ ਪੈਦਲ ਚੱਲਦਾ, 2 3 ਬੰਦਿਆਂ ਨੂੰ ਆਪਣੀ ਵਿਚਾਰਧਾਰਾ ਦੱਸਦਾ, ਆਪਣੀ ਕਾਬਲੀਅਤ ਦੱਸਦਾ, ਕਿੱਥੋਂ ਸ਼ੁਰੂ ਹੋਇਆ, ਕੀ ਕਰਨਾ ਚਾਹੁੰਦਾ। ਬੜਾ ਜ਼ਬਰਦਸਤ ਰਿਸਪੌਂਸ ਹੈ। ਜਿੱਥੇ ਵੀ ਜਾ ਰਹੇ ਹਾਂ 90% ਬੰਦੇ ਰਿਐਕਟ ਕਰਦੇ, ਅੱਗੋਂ ਸੰਵਾਦ ਕਰਦੇ ਆ, ਦਿਲਚਸਪੀ ਲੈਂਦੇ ਆ। 10% ਬੰਦੇ ਨਿਊਟਰਲ ਹੈ। ਕੱਟੜ ਬੰਦਾ ਨਹੀਂ ਤੁਹਾਨੂੰ ਇਸ ਵਿਧਾਨ ਸਭਾ 'ਚ ਮਿਲੇਗਾ ਜਿਹੜਾ ਕਹੇਗਾ ਮੈਂ ਫਲਾਣੇ ਬੰਦੇ ਨਾਲ ਮੈਂ ਨਹੀਂ ਤੁਹਾਨੂੰ ਵੋਟ ਪਾਉਣੀ। ਕਿਉਂਕਿ 50% ਵੋਟਰ ਹੈ ਦੇਸ਼ ਭਰ ਦੇ ਕੋਨੇ-ਕੋਨੇ 'ਚੋਂ ਆ ਕੇ ਰਹਿ ਰਿਹਾ। ਐਜੂਕੇਟਡ ਬੰਦੇ ਨੇ। ਪਿੰਡਾਂ ਦੇ ਵਿੱਚ ਬਹੁਤ ਸਮੱਸਿਆ।
ਪਿੰਡਾਂ ਦੇ ਲੋਕ ਹੈ ਬਹੁਤ ਜਾਗਰੂਕ ਨੇ, ਪਰ ਵਿਚਾਰਿਆਂ ਨੂੰ ਜੋ ਉਸ ਪੱਧਰ ਦੀਆਂ ਸੁਵਿਧਾਵਾਂ ਚੰਡੀਗੜ੍ਹ ਦੇ ਨੇੜੇ ਹੋਣ ਦੇ ਬਾਵਜੂਦ ਵੀ ਮਤਲਬ ਸੁਵਿਧਾਵਾਂ ਨਹੀਂ ਮਿਲੀਆਂ। ਤੁਸੀਂ ਮੰਨ ਸਕਦੇ ਹੋ 70 ਸਾਲ ਤੋਂ ਸਾਨੂੰ ਆਜ਼ਾਦੀ ਮਿਲਿਆ ਨੂੰ ਹੋ ਗਏ, 2.5 ਤੋਂ 3 ਹਜ਼ਾਰ ਘਰ ਇਹੋ ਜਿਹੇ ਆ ਮੇਰੀ ਵਿਧਾਨ ਸਭਾ 'ਚ, ਹੋ ਸਕਦਾ ਜ਼ਿਆਦਾ ਹੋਣ, ਜੋ ਮੈਂ ਦੇਖ ਚੁੱਕਿਆ ਪਿੰਡਾਂ ਦੇ ਵਿੱਚ ਜਾ ਕੇ। ਹਰ ਪਿੰਡ 'ਚ ਐਵਰੇਜ 15 ਤੋਂ 20 ਘਰ ਜਿਨ੍ਹਾਂ ਦੀ ਛੱਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ, ਮਤਲਬ ਮੌਤ ਦੇ ਸਾਏ ਥੱਲੇ ਸੌਂਦੇ ਨੇ, ਕਿਸੇ ਨੂੰ ਉਹਨਾਂ ਦੀ ਉਹ ਕੀ ਆ ਪਰਵਾਹ ਨਹੀਂ ਹੈ। 2 ਮੁੱਖ ਮੰਤਰੀ ਇਸ ਵਿਧਾਨ ਸਭਾ 'ਚ ਰਹਿੰਦੇ ਆ ਜਿਨ੍ਹਾਂ ਦੇ ਪਰਮਾਨੈਂਟ ਘਰ ਨੇ। ਕੈਪਟਨ ਅਮਰਿੰਦਰ ਸਿੰਘ ਜੀ, ਮੈਂ ਪਰਸੋਂ ਗਿਆ ਸਿਸਮਾ ਦੇ ਕੋਲੇ ਪਿੰਡ ਹੈ ਸੁਲਤਾਨਪੁਰ ਟੱਪਰੀਆਂ, ਬਿਲਕੁਲ ਸਾਹਮਣੇ ਜਿੱਥੇ ਉਹਨਾਂ ਦਾ ਫਾਰਮ ਹਾਊਸ ਹੈ, ਅਤੇ ਲੰਗਰ ਲੱਗਿਆ ਸੀਗਾ ਉੱਥੇ। ਅਸੀਂ ਚਾਹ ਪੀਣ ਲਈ ਰੁਕੇ, ਮੈਂ ਜਿਹੜੇ ਜੈਂਟਸ ਸੀਗੇ ਸਾਰਿਆਂ ਨੂੰ ਬੇਨਤੀ ਕਰ ਰਿਹਾ ਸੀ ਵੀ ਆਪਣਾ ਵੋਟ ਵਾਸਤੇ ਕਹਿ ਰਿਹਾ ਸੀ। ਪਰਲੀ ਸਾਈਡ ਬਰਤਨ ਦੀ ਸੇਵਾ ਕਰ ਰਹੀਆਂ ਸੀ ਬੀਬੀਆਂ 20-25, ਮੇਰੀ ਵੀਡੀਓ ਵੀ ਮੈਂ ਪਾਈ ਉਹ ਫੇਸਬੁੱਕ ਦੇ ਉੱਪਰ, ਅਤੇ ਉਹਨਾਂ ਨੇ ਮੈਨੂੰ ਖੁਦ ਬੁਲਾਇਆ ਵੀ ਬੇਟਾ ਬੰਦਿਆਂ ਦੀਆਂ ਇਕੱਲੀਆਂ ਵੋਟਾਂ ਨਹੀਂ, ਸਾਡੀਆਂ ਵੀ ਸਮੱਸਿਆਵਾਂ, ਸਾਡੀ ਗੱਲ ਸੁਣੋ। ਇੰਨੀ ਅਵੇਅਰਨੈਸ ਹੈ ਮੇਰੇ ਕੋਲ। ਮੈਂ ਬੈਠਿਆ 20 ਮਿੰਟ ਗੱਲ ਕੀਤੀ ਉਹਨਾਂ ਨੇ, ਲੋਕਾਂ ਦਾ ਭਰੋਸਾ ਉੱਠ ਚੁੱਕਿਆ ਜੀ ਰਾਜਨੀਤਿਕ ਬੰਦਿਆਂ ਤੋਂ। ਤੁਸੀਂ ਚਰਚਾ ਕਰੋਗੇ, ਬਿਲਕੁਲ ਇਲਿਟਰੇਟ ਬਜ਼ੁਰਗ ਲੇਡੀਜ਼ ਆ ਜਿਹੜੀਆਂ, ਉਹ ਵੀ ਇਸ ਤਰ੍ਹਾਂ ਦੇ ਸਵਾਲ ਕਰਦੀਆਂ ਜਿਸ ਤਰ੍ਹਾਂ ਬਹੁਤ ਪੜ੍ਹਿਆ ਲਿਖਿਆ ਬੰਦਾ ਹੋਵੇ। ਉਹਨਾਂ ਨੂੰ ਵਿਸ਼ਵਾਸ ਹੈ ਨਵੇਂ ਬੰਦਿਆਂ 'ਤੇ। ਹਾਂ, ਮੈਂ ਸਾਬਿਤ ਵੀ ਕਰਕੇ ਦਿਖਾਵਾਂਗਾ ਇਸ ਚੀਜ਼ ਨੂੰ, ਉਹਨਾਂ ਦਾ ਭਰੋਸਾ ਤੋੜੂੰਗਾ ਨਹੀਂ ਗਾ, ਚੰਗਾ ਕੰਮ ਕਰਕੇ ਦਿਖਾਵਾਂਗਾ। ਜਸਵਿੰਦਰ ਜੀ, ਅਗਰ ਗੱਲ ਕੀਤੀ ਜਾਵੇ ਇਸ ਇਲਾਕੇ ਦੀ, ਹੈ ਨਾ, ਤਨਾਡਾਂ ਦੀ ਗੱਲ ਕੀਤੀ ਜਾਵੇ ਤਾਂ ਬਲਬੀਰ ਸਿੱਧੂ ਅਮੀਰ ਕੈਂਡੀਡੇਟ ਹੈ, ਰਣਜੀਤ ਸਿੰਘ ਗਿੱਲ ਬਿਜ਼ਨਸਮੈਨ ਵੀ ਨੇ, ਕੈਂਡੀਡੇਟ ਵੀ ਨੇ, ਅਤੇ ਉੱਧਰੋਂ ਆਮ ਆਦਮੀ ਪਾਰਟੀ ਹੈ। ਤਾਂ ਇਹਨਾਂ ਦੇ ਵਿਚਾਲੇ ਇੱਕ ਸੱਚਾ ਬੰਦਾ ਜਿਹੜਾ ਸੱਚਾਈ ਦਾ ਝੰਡਾ ਲੈ ਕੇ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮੈਂ ਹੱਥ 'ਚ ਤੁਰਿਆ ਅਤੇ ਮੇਰਾ ਵਿਜ਼ਨ ਹੈ ਪੰਜਾਬ ਨੂੰ ਬਦਲਣ ਦਾ, ਉਹ ਟਿਕ ਪਾਏਗਾ ਜਾਂ ਇਹ ਵਿਰੋਧੀ ਟਿਕਣ ਦੇਣਗੇ ਉਹਨੂੰ? ਨਤੀਜੇ ਜਦੋਂ ਆਉਣਗੇ ਜੀ, ਬੜੇ ਹੈਰਾਨੀਜਨਕ ਨਤੀਜੇ ਹੋਣਗੇ। ਠੀਕ ਹੈ, ਮੈਂ ਵੋਟਾਂ ਦੀ ਕਾਊਂਟਿੰਗ 'ਚ ਮੰਨ ਲਓ ਨਾ ਵੀ ਜਿੱਤ ਪਾਇਆ, ਪਰ ਮੈਂ ਲੋਕਾਂ ਦੇ ਦਿਲ ਜਿੱਤਣ 'ਚ ਕਾਮਯਾਬ ਹੋ ਗਿਆ ਇੱਥੇ ਇੱਕ ਵਾਰੀ। ਫਿਰ ਮਿਹਨਤ ਕਰਾਂਗਾ, ਪਰ ਮੈਨੂੰ ਜੋ ਲੱਗ ਰਿਹਾ ਜਿਸ ਤਰੀਕੇ ਦਾ ਲੋਕਾਂ ਦਾ ਪਿਆਰ ਮਿਲ ਰਿਹਾ, ਜਿਸ ਤਰੀਕੇ ਲੋਕੀ ਇੱਥੇ ਵੋਟਰ, ਜੋ ਮੇਰਾ ਵੋਟਰ ਹੈ ਉਹ ਸਰਵਿਸ ਕਰਨ ਵਾਲਾ, ਨੌਕਰੀ ਕਰਨ ਵਾਲਾ, ਸਵੇਰੇ ਸ਼ਾਮ ਆਪਣੀ ਰੋਜ਼ੀ ਰੋਟੀ ਕਮਾਉਣ ਵਾਲਾ। ਬਾਕੀ ਪਾਰਟੀਆਂ ਦਾ ਜੋ ਵੋਟਰ ਜੁੜਿਆ ਹੋਇਆ, ਕਿਤੇ ਨਾ ਕਿਤੇ ਉਹਨਾਂ ਨੂੰ ਲਾਲਚ ਦਿੱਤਾ ਹੋਇਆ ਕੋਈ ਨਾ ਕੋਈ। ਧਨਾੜ ਬੰਦੇ ਨੇ ਸਾਰੇ, ਕਾਰੋਬਾਰੀ ਬੰਦੇ ਨੇ ਸਾਰੇ। ਮੈਨੂੰ ਕਿਸੇ ਨਾਲ ਕੋਈ ਵਿਰੋਧ ਨਹੀਂ, ਅਗਲੇ ਨੇ ਆਪਣੀ ਮਿਹਨਤ ਕਰਕੇ ਆਪਣਾ ਢਾਂਚਾ ਖੜਾ ਕੀਤਾ, ਚੰਗੀ ਗੱਲ ਹੈ। ਜੇ ਬਿਹਤਰ ਕੰਮ ਕਰਨ, ਅੱਜ 10-10 ਕਰੋੜ ਰੁਪਈਆ ਚੋਣਾਂ 'ਚ ਲੱਗ ਰਿਹਾ ਇਸ ਸੀਟ ਦੇ ਉੱਪਰ, 5-5 ਕਰੋੜ ਰੁਪਈਆ ਪਾਰਟੀਆਂ ਨੂੰ ਦੇ ਕੇ ਟਿਕਟਾਂ ਮਿਲੀਆਂ ਵੱਡੇ ਉਮੀਦਵਾਰਾਂ ਨੂੰ, ਇੰਨੇ ਤੋਂ ਜ਼ਿਆਦਾ ਦੁੱਗਣੇ ਪੈਸੇ ਖਰਚਾ ਹੋ ਰਿਹਾ ਜੋ ਇਹ ਕਰ ਰਹੇ ਨੇ। ਜੇ ਇੰਨੇ ਪੈਸੇ 10 ਕਰੋੜ ਰੁਪਈਆ ਵੈਸੇ ਹੀ ਲੋਕ ਸੇਵਾ 'ਤੇ 5 ਸਾਲਾਂ 'ਚ ਖਰਚ ਦੇਣ, ਜਿਨ੍ਹਾਂ ਛੱਤਾਂ ਦੀ ਮੈਂ ਗੱਲ ਕੀਤੀ, ਗਰੀਬ ਬੰਦਾ ਵੋਟਰ ਸਭ ਤੋਂ ਜ਼ਿਆਦਾ ਇਮਾਨਦਾਰ ਹੈ, ਸਭ ਤੋਂ ਜ਼ਿਆਦਾ ਭਾਵੁਕ ਹੈ। ਜੇ ਉਹਨਾਂ ਦੀ ਮਦਦ ਕੀਤੀ ਜਾਵੇ, 10 ਕਰੋੜ ਰੁਪਏ ਨਾਲ 1000 ਛੱਤਾਂ ਪੈ ਸਕਦੀਆਂ, ਬਿਲਕੁਲ 1000 ਲੋਕਾਂ ਦੀਆਂ ਛੱਤਾਂ ਰਿਪੇਅਰ ਹੋ ਸਕਦੀਆਂ, ਅਤੇ 1000 ਲੋਕਾਂ ਦੀ ਛੱਤ ਰਿਪੇਅਰ ਕੀਤੀ ਹੋਵੇ, ਉਸ ਬੰਦੇ ਦੀ ਸਮਾਜ 'ਚ ਕਿੰਨੀ ਲਹਿਰ ਬਣ ਸਕਦੀ ਹੈ ਸਮਾਜ ਸੇਵੀ ਦੇ ਤੌਰ 'ਤੇ। ਤੁਸੀਂ ਖੁਦ ਬ ਖੁਦ ਇਸ ਗੱਲ ਨੂੰ ਸਮਝ ਸਕਦੇ ਹੋ। ਉਸ ਪਾਸੇ ਕਿਸੇ ਬੰਦੇ ਦਾ ਧਿਆਨ ਨਹੀਂ। ਪੋਸਟਰ ਕੌਣ ਜ਼ਿਆਦਾ ਲਗਾ ਸਕਦਾ, TV ਚੈਨਲ 'ਤੇ ਜ਼ਿਆਦਾ ਐਡਵਰਟੀਜ਼ਮੈਂਟ ਕੌਣ ਦੇ ਸਕਦਾ, ਅਖਬਾਰ 'ਚ ਐਡਵਰਟੀਜ਼ਮੈਂਟ ਕੌਣ ਦੇ ਸਕਦਾ, ਇਹਨਾਂ ਮੁੱਦਿਆਂ ਦੇ ਉੱਪਰ ਹੀ ਰਾਜਨੀਤੀ ਖੜੀ ਹੋਈ ਹੈ। ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਇੱਕ ਆਮ ਬੰਦੇ ਦਾ ਇੰਟਰਵਿਊ ਕੀਤਾ ਆ ਕੇ। ਆਮ TV ਚੈਨਲਾਂ ਵਾਲੇ ਮੈਂ ਰੋਜ਼ਾਨਾ ਦੇਖਦਾ, ਕੋਈ ਸਰਵੇ ਨਹੀਂ ਉਹਨਾਂ ਕੋਲੇ। ਖਰੜ ਦੀ ਪੋਸਟ ਪਾਉਣਗੇ, ਅਨਮੋਲ ਗਗਨ ਮਾਨ ਜੀ ਖਰੜ ਤੋਂ ਜਿੱਤ ਸਕਦੇ ਕਿ ਨਹੀਂ ਜਿੱਤ ਸਕਦੇ। 5 ਉਮੀਦਵਾਰਾਂ ਦੀ ਪੋਸਟ ਪਾਉਣਗੇ, ਮੇਰਾ ਕਿਤੇ ਨਾਮ ਨਹੀਂ। ਜਦੋਂ ਰਿਜ਼ਲਟ ਆਉਣਾ, ਆਖਰੀ 2 'ਚ ਜਸਵਿੰਦਰ ਜੱਸੀ ਨੇ ਰਹਿਣਾ, ਜਾਂ ਪਹਿਲੇ ਜਾਂ ਦੂਜੇ 'ਤੇ। ਇਹ ਬੜੀ ਕਲੀਅਰ ਗੱਲ ਹੈ। ਪਤਾ ਨਹੀਂ ਕਿਸ ਆਧਾਰ 'ਤੇ, ਕਿਸ ਤੱਥਾਂ ਐਡੇ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਹ ਪੋਸਟਾਂ ਪਾਈਆਂ ਜਾਂਦੀਆਂ ਨੇ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ, ਉਹਦੇ ਮੁਖੀ ਨੇ ਅਰਵਿੰਦ ਕੇਜਰੀਵਾਲ ਅਤੇ CM ਦਾ ਚਿਹਰਾ ਭਗਵੰਤ ਮਾਨ ਬਣਾ ਦਿੱਤਾ ਹੈ। ਉਹ ਲੋਕ ਦਿੱਲੀ ਮਾਡਲ ਨੂੰ ਪੰਜਾਬ 'ਚ ਲਾਗੂ ਕਰਦੇ ਹੋਏ ਦੱਸ ਰਹੇ ਨੇ ਕਿ ਇਹ ਪੂਰੇ ਹਿੰਦੁਸਤਾਨ 'ਚ ਸਭ ਤੋਂ ਵਧੀਆ ਮਾਡਲ ਹੋਏਗਾ। ਇਸ ਗੱਲ ਨਾਲ ਕਿੰਨੀ ਸਹਿਮਤੀ ਰੱਖਦੇ ਹੋ? ਦਿੱਲੀ ਮਾਡਲ ਜੇ ਲਾਗੂ ਹੁੰਦਾ? ਦਿੱਲੀ ਦੇ ਵਿੱਚ ਮੈਂ ਵੀ 5-7 ਸਾਲ ਲੰਬਾ ਸਮਾਂ ਰਿਹਾ ਜੀ। ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ। ਹਾਂ, ਉਹਨਾਂ ਨੇ ਬਿਹਤਰ ਕੰਮ ਕੀਤਾ, ਉੱਥੇ ਕੀਤਾ ਕਰਕੇ ਲੋਕਾਂ ਨੇ ਵੋਟਾਂ ਪਾਈਆਂ, ਪਰ ਜੋ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਉਹ ਐਕਚੁਅਲ 'ਚ ਹੈ ਨਹੀਂ। ਕਿਸੇ ਸਮੇਂ ਅੱਜ ਤੋਂ 5-7 ਸਾਲ ਪਹਿਲਾਂ ਮੈਂ ਵੀ ਥੋੜ੍ਹਾ ਪ੍ਰਭਾਵਿਤ ਹੋਇਆ, ਮੇਰਾ ਵੀ ਮਨ ਕੀਤਾ, ਸੋਚਿਆ ਵੀ ਯਾਰ ਬਿਹਤਰ ਪਾਰਟੀ ਹੈ, ਕੰਮ ਕਰੀਏ। ਪਰ ਉਹਦੇ ਅੰਦਰੂਨੀ ਢਾਂਚੇ ਨੂੰ, ਮੇਰੇ ਬੜੇ ਸਾਰੇ ਸਾਥੀ ਉੱਧਰ ਕੰਮ ਕਰ ਰਹੇ ਨੇ, ਬੜੀ ਵਾਰੀ ਕੋਸ਼ਿਸ਼ ਕੀਤੀ। ਅੱਜ ਵੀ ਮੇਰੇ ਤੇ ਬਹੁਤ ਪਿਛਲੇ 5-7 ਦਿਨਾਂ ਤੋਂ ਲਗਾਤਾਰ ਟੈਲੀਫੋਨ ਕਾਲ ਆ ਰਹੀਆਂ ਨੇ ਲੀਡਰਸ਼ਿਪ ਦੀਆਂ, ਵੀ ਤੁਹਾਨੂੰ ਪੰਜਾਬ ਦੀ ਕੋਈ ਵੱਡੀ ਜ਼ਿੰਮੇਵਾਰੀ ਦੇਣੇ ਯੂਥ ਦੀ, ਤੁਹਾਡੇ ਕੋਲ ਵਿਜ਼ਨ ਹੈ,
ਮੈਂ ਹਮੇਸ਼ਾ ਵੱਖਰਾ ਰਸਤਾ ਚੁਣਿਆ, ਔਖਾ ਰਸਤਾ ਚੁਣਿਆ। ਮੁਸ਼ਕਲਾਂ ਜ਼ਰੂਰ ਨੇ ਇਸ ਰਸਤੇ 'ਤੇ। ਜਿਹੜੀ ਤੁਸੀਂ ਦਿੱਲੀ ਮਾਡਲ ਦੀ ਗੱਲ ਕੀਤੀ ਹੈ, ਉਹਦੇ ਅੰਦਰ ਬਹੁਤ ਸਾਰੀਆਂ ਕਮੀਆਂ ਨੇ। ਜਾਂ ਤਾਂ ਆਮ ਆਦਮੀ ਪਾਰਟੀ ਬਿਲਕੁਲ ਹੀ ਐਜੂਕੇਟਡ ਬਿਨਾਂ ਪੈਸੇ ਵਾਲੇ ਬੰਦਿਆਂ ਨੂੰ ਚੋਣਾਂ ਦੇ ਵਿੱਚ ਉਤਾਰਦੀ। ਬਹੁਤ ਸਾਰੇ ਉਮੀਦਵਾਰ ਐਸੇ ਨੇ ਜੋ ਅਕਾਲੀ ਦਲ ਕਾਂਗਰਸ ਤੋਂ ਸ਼ਿਫਟ ਹੋਏ ਨੇ। ਮੈਂ ਨਹੀਂ ਕਹਿੰਦਾ ਸਾਰੇ ਬੰਦੇ ਦਾਗੀ ਹੈ ਨਾ, ਬਹੁਤ ਸਾਰੇ ਪੈਸੇ ਵਾਲੇ ਧਨਾੜ ਬੰਦੇ ਨੇ। ਤੁਸੀਂ ਖੁਦ ਇਸ ਗੱਲ ਦਾ ਮੈਨੂੰ ਜਵਾਬ ਦਿਓ, ਜਿਹੜਾ ਬੰਦਾ 8-10 ਕਰੋੜ ਰੁਪਏ ਖਰਚ ਕੇ ਚੋਣਾਂ ਦੇ ਵਿੱਚ ਵਿਧਾਨ ਸਭਾ 'ਚ ਪਹੁੰਚੇਗਾ, ਉਸ ਤੋਂ ਤੁਸੀਂ ਕਿੰਨੇ ਕੁ ਵਿਕਾਸ ਦੀ ਉਮੀਦ ਰੱਖ ਸਕਦੇ ਹੋ? ਵਿਧਾਨ ਸਭਾ 'ਚ ਕਿੰਨੀ ਕੁ ਕਮਾਈ ਹੁੰਦੀ ਹੈ? 10 ਕਰੋੜ ਦਾ 30 ਕਰੋੜ ਕਰਨਾ ਕਿੰਨਾ ਔਖਾ। ਕਿੰਨੀ ਕਮਾਈ ਹੁੰਦੀ ਵਿਧਾਨ ਸਭਾ 'ਚ? ਇਹਦਾ ਮਤਲਬ ਕਰਪਸ਼ਨ ਕਰਾਂਗੇ ਤਦ ਹੀ ਪੈਸਾ ਪੂਰਾ ਕਰਾਂਗੇ ਨਾ। ਜਾਂ ਤਾਂ ਤੁਹਾਡਾ ਖੁਦ ਦਾ ਕਾਰੋਬਾਰ ਐਡਾ ਤਕੜਾ ਹੋਵੇ। ਬਹੁਤ ਸਾਰੇ ਬੰਦਿਆਂ ਦੇ ਦਾਗ ਲੱਗੇ ਇਸ ਵਾਰੀ ਕਾਂਗਰਸ ਦੀ ਸਰਕਾਰ 'ਚ। ਕਿੰਨੀ ਕਰਪਸ਼ਨ ਹੋਈ। ਮੈਂ ਨੈਗੇਟਿਵ ਪੋਲੀਟਿਕਸ ਕਰਨਾ ਨਹੀਂ ਚਾਹੁੰਦਾ। ਇੱਕ ਇੱਕ ਬੰਦੇ ਦਾ ਹਿਸਾਬ ਕਿਤਾਬ ਲੋਕਾਂ ਨੇ ਖੁਦ ਹੀ ਕਰ ਦੇਣਾ। ਦੋ ਪਾਰਟੀਆਂ ਨੂੰ ਖਾਸ ਤੌਰ 'ਤੇ ਲੋਕ ਵੋਟ ਪਾਉਣ ਤੋਂ ਬਿਲਕੁਲ ਹੀ ਮਨ ਉੱਠਿਆ। ਤੀਜੀ ਨੂੰ ਹਜੇ ਦੇਖਿਆ ਨਹੀਂ, ਕਿਤੇ ਨਾ ਕਿਤੇ ਭੁਲੇਖੇ 'ਚ ਆ, ਕਨਫਿਊਜ਼ ਆ, ਉੱਥੇ ਵੀ ਮਨ ਨਹੀਂ ਬਣਿਆ ਹੋਇਆ, ਕਨਫਿਊਜ਼ ਨੇ ਲੋਕ। ਸਾਡੀ ਵਿਧਾਨ ਸਭਾ ਦਾ ਮੈਂ ਕਹਿ ਸਕਦਾ, ਬਾਕੀ ਪੰਜਾਬ 'ਚ ਕੀ ਹਾਲਾਤ ਚੱਲ ਨੇ, ਜਿੱਥੇ ਜਿੱਥੇ ਲੋਕਾਂ ਕੋਲੇ ਆਪਸ਼ਨ ਹੋਏਗੀ ਪੰਜਾਬ 'ਚ, ਉੱਥੇ ਰਵਾਇਤੀ ਪਾਰਟੀਆਂ ਤੋਂ ਅਲੱਗ ਵੋਟ ਪਾਉਣਗੇ। ਜਿੱਥੇ ਉਹਨਾਂ ਕੋਲੇ ਨਹੀਂ ਉਮੀਦਵਾਰ, ਉਹਨਾਂ ਦੀ ਮਜਬੂਰੀ ਹੈ। ਜਿੱਥੇ ਸਾਡੇ ਵਰਗੇ ਬੰਦੇ ਨਹੀਂ ਮਿਹਨਤ ਕਰਨ ਵਾਲੇ, ਨਹੀਂ ਲੋਕਾਂ ਕੋਲੇ ਪਹੁੰਚ ਰਹੇ, ਉੱਥੇ ਉਹਨਾਂ ਦੀ ਮਜਬੂਰੀ ਹੈ, ਫਿਰ ਉਹ ਰਵਾਇਤੀ ਪਾਰਟੀਆਂ ਨੂੰ ਵੋਟ ਪਾਉਣਗੇ। ਪੂਰੀ ਉਮੀਦ ਆ, ਲੋਕ ਬੜੇ ਜਾਗਰੂਕ ਨੇ, ਬੜੇ ਅਵੇਅਰ ਨੇ, ਸਾਥ ਦੇਣਗੇ। ਔਰ ਮੈਂ ਕਿਸੇ ਵੀ ਪਿੰਡ 'ਚ, ਕਿਸੇ ਗਲੀ ਮੁਹੱਲੇ 'ਚ ਸਿਆਸਤਦਾਨਾਂ ਵਾਂਗੂ ਹੱਥ ਜੋੜ ਕੇ ਵੋਟ ਨਹੀਂ ਮੰਗੀ ਵੀ ਮੈਨੂੰ ਵੋਟ ਦਿਓ, ਮੌਕਾ ਦਿਓ। ਇਕੱਲੇ ਇਕੱਲੇ ਮੁੱਦੇ 'ਤੇ ਚਰਚਾ ਕੀਤੀ, ਕਿਸੇ ਦੇ ਖਿਲਾਫ ਨਹੀਂ ਬੋਲਿਆ, 1 ਮਿੰਟ ਵੀ ਆਪਣਾ ਜਾਇਆ ਨਹੀਂ ਕੀਤਾ। ਸਾਡਾ ਮਾਡਲ ਕੀ ਹੈ, ਮੇਰੇ ਜ਼ਿੰਦਗੀ ਦਾ ਕੀ ਸੰਘਰਸ਼ ਹੈ, ਮੈਂ ਕਿਉਂ ਰਾਜਨੀਤੀ 'ਚ ਆਇਆ, ਮੇਰੇ ਕੋਲੇ ਕੀ ਬਿਹਤਰ ਮਾਡਲ ਆ ਆਪਣੇ ਨਾਗਰਿਕਾਂ ਨੂੰ ਉਹਨਾਂ ਦੀ ਬੱਤਰ ਹਾਲਤ 'ਚੋਂ ਬਾਹਰ ਕੱਢਣ ਦਾ, ਉਸੇ 'ਤੇ ਚਰਚਾ ਕੀਤੀ। ਉਸੇ ਨੂੰ ਲੈ ਕੇ ਇਲਾਕੇ ਦੇ ਵਿੱਚ ਆਪਣੀ ਪਛਾਣ ਬਣਾਈ ਵੱਖਰੀ। ਲੋਕ ਇਸੇ ਕਰਕੇ ਪਿਆਰ ਕਰ ਰਹੇ ਨੇ। ਅੱਗੇ ਵੀ ਇਸੇ 'ਤੇ ਨਿਰੰਤਰ ਆਪਣੇ ਆਪ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ, ਚਾਹੇ ਮੇਰੇ ਤੋਂ ਸਾਹਮਣੇ ਕਿੰਨੇ ਮਰਜ਼ੀ ਅਟੈਕ ਹੋਣ, ਸ਼ਬਦੀ ਅਟੈਕ ਹੋਣ। ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਇੱਕ ਸ਼ਬਦ ਵੀ ਕਿਸੇ ਦੇ ਖਿਲਾਫ ਬੋਲ ਕੇ ਮੈਂ ਆਪਣਾ ਸਮਾਂ ਨਾ ਜਾਇਆ ਕਰਾਂ, ਮੈਂ ਆਪਣੇ ਵੋਟਰਾਂ ਦਾ, ਨਾਗਰਿਕਾਂ ਦਾ ਸਮਾਂ ਜਾਇਆ ਨਾ ਕਰਾਂ। ਬਹਰਹਾਲ ਦੋਸਤੋ, ਜਸਵਿੰਦਰ ਜੱਸੀ ਜੀ ਦੇ ਮੁਤਾਬਕ ਉਹ ਇੱਕ ਅਜਿਹੇ ਇਨਸਾਨ ਨੇ, ਇਮਾਨਦਾਰੀ ਜਿਨ੍ਹਾਂ ਦਾ ਹਥਿਆਰ ਹੈ ਅਤੇ ਸੱਚ ਉਹਨਾਂ ਦਾ ਕਹਿਣਾ, ਜਿਸ ਦੇ ਚੱਲਦੇ ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ ਤੋਂ ਡਰਨ ਵਾਲੇ ਨਹੀਂ, ਉਹ ਜਿਹੜਾ ਹੈਗਾ ਰੁਕਣ ਵਾਲੇ ਨਹੀਂ। ਅਤੇ ਉਹਨਾਂ ਦੇ ਮੁਤਾਬਕ ਲੋਕਾਂ ਦਾ ਪਿਆਰ ਭਰਿਆ ਹੁੰਗਾਰਾ ਜਿਹੜਾ ਹੈਗਾ ਉਹ ਉਹਨਾਂ ਨੂੰ ਮਿਲ ਰਿਹਾ। ਅਤੇ ਆਉਣ ਵਾਲੀ 10 ਮਾਰਚ ਜਿਹੜੀ ਹੈਗੀ ਹੈ ਉਹ ਪੂਰੇ ਤਰੀਕੇ ਨਾਲ ਸਾਫ਼ ਕਰ ਦੇਵੇਗੀ ਕਿ ਖਰੜ ਦੀ ਰਾਜਨੀਤੀ ਦੇ ਮੈਦਾਨ ਦੇ ਵਿੱਚ ਜਿਹੜਾ ਹੈਗਾ ਉਹ ਬਾਜੀ ਕਿੰਨੇ ਮਾਰੀ। ਲੇਕਿਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਿੱਤ ਜਾਂ ਹਾਰ ਕਿਸੇ ਦੀ ਵੀ ਹੋਵੇ, ਲੇਕਿਨ ਉਹ ਦੂਜੇ ਨੰਬਰ 'ਤੇ ਉੱਭਰ ਕੇ ਸਾਹਮਣੇ ਆਉਣਗੇ। ਬਹਰਹਾਲ ਇਹਨਾਂ ਗੱਲਾਂ ਦੇ ਨਾਲ ਜਸਵਿੰਦਰ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਪਰਮਾਤਮਾ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ।